ਹੈਲੋ ਮਾਈ ਡੀਅਰ ਫਰੈਂਡਸ, ਮੈਂ ਦੀਪ ਅਰੋੜਾ ਮੈਨੇਜਿੰਗ ਡਾਇਰੈਕਟਰ ਮਾਈ ਵੀਜ਼ਾ ਓਵਰਸੀਜ਼ ਅੱਜ ਤੁਹਾਡੇ ਨਾਲ ਫਿਰ ਦੁਬਾਰਾ ਰੂਬਰੂ ਹਾਂ ਪਰਲ ਪੈਲੇਸ ਕੁਮਾਰ ਮੰਡੀ ਤੋਂ। ਔਰ ਜਿਵੇਂ ਲਾਸਟ ਫਰਾਈਡੇ ਆਪਾਂ ਗੱਲ ਕੀਤੀ ਸੀ ਕਿ ਹਰ ਫਰਾਈਡੇ ਨੂੰ ਆਪਾਂ 5 ਤੋਂ ਲੈ ਕੇ 5:30 ਵਜੇ ਦੇ ਵਿੱਚ ਅੱਧੇ ਘੰਟੇ ਲਈ ਆਪਾਂ ਲਾਈਵ ਹੋਵਾਂਗੇ। ਔਰ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮਸ ਨੇ ਇਨ ਟਰਮਸ ਆਫ ਇਮੀਗ੍ਰੇਸ਼ਨ ਤੇ ਮਾਈਗ੍ਰੇਸ਼ਨ ਉਹ ਆਪਾਂ ਸੋਲਵ ਕਰਾਂਗੇ। तो उसे ही उम्मीद तहत ਅੱਜ ਆਪਾਂ ਇਕੱਠੇ ਹੋਏ ਹਾਂ ਇੱਥੇ। ਔਰ ਮੇਰਾ ਭਵਿੱਖ ਵਿਦੇਸ਼ ਵਿੱਚ ਦੇ ਮੰਚ ਤੋਂ ਫੇਸਬੁੱਕ ਤੇ ਮੰਚ ਤੋਂ ਅੱਜ ਤੁਹਾਡੇ ਨਾਲ ਜੁੜਨ ਦਾ ਦੁਬਾਰਾ ਮੌਕਾ ਮਿਲਿਆ। ਔਰ ਪ੍ਰਮਾਤਮਾ ਕਰੇ, ਵਾਹਿਗੁਰੂ ਕਰਨ ਕਿ ਆਪਾਂ ਇਸ ਤਰ੍ਹਾਂ ਹੀ ਮਿਲਦੇ ਰਹੀਏ। ਸੋ ਜਿਹੜਾ ਲਾਸਟ ਟਾਈਮ ਆਪਾਂ ਇੱਕ ਸੋਚ ਬਣਾ ਕੇ ਤੁਰੇ ਸੀ ਕਿ ਰਿਫਿਊਜ਼ਲਸ ਜਿਹੜਾ ਇੱਕ ਬਹੁਤ ਹੀ ਵੱਡਾ ਮੁੱਦਾ ਹੈ। ਹਰ ਇੱਕ ਇਨਸਾਨ ਡਰਦਾ ਹੈ ਰਿਫਿਊਜ਼ਲਸ ਤੋਂ ਕਿ ਜਿਹੜੇ ਭਵਿੱਖ ਦੇ ਸੁਪਨੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਵਿੱਚ ਤੇ ਉੱਥੇ ਜਦੋਂ ਰਿਫਿਊਜ਼ਲ ਆਉਂਦੀ ਹੈ ਤਾਂ ਬਹੁਤ ਵੱਡੀ ਸੱਟ ਲੱਗਦੀ ਹੈ। ਸੋ ਕੋਸ਼ਿਸ਼ ਇਹੀ ਹੁੰਦੀ ਹੈ ਕਿ ਰਿਫਿਊਜ਼ਲਸ ਨਾ ਆਉਣ। ਤੋ ਜੇ ਮੈਂ ਗੱਲ ਕਰਾਂ ਕਿ ਸਟੱਡੀ ਵੀਜ਼ਾ ਦੀ ਰਿਫਿਊਜ਼ਲਸ ਦਾ ਕੀ ਕਾਰਨ ਹੈ ਜਾਂ ਵਿਜ਼ਟਰ ਵੀਜ਼ਾਸ ਦੀਆਂ ਜਿਹੜੀਆਂ ਰਿਫਿਊਜ਼ਲਸ ਨੇ ਉਹਨਾਂ ਦਾ ਕੀ ਕਾਰਨ ਹੈ, ਉਹ ਆਪਾਂ ਇੱਕ ਇੱਕ ਕਰਕੇ ਗੱਲ ਕਰਾਂਗੇ। ਅੱਜ ਆਪਾਂ ਕੋਲ ਅੱਧਾ ਘੰਟਾ ਹੈਗਾ, ਤੋ ਅੱਧੇ ਘੰਟੇ 'ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਮੈਕਸਿਮਮ ਜਿਹੜੀਆਂ ਪ੍ਰੋਬਲਮਸ ਨੇ ਉਹ ਸੋਲਵ ਕਰੀਏ। ਜੇ ਤੁਹਾਡੇ ਕੁਐਸਚਨਸ ਵਿੱਚ ਜੇ ਤੁਸੀਂ ਮੈਨੂੰ ਕੁਐਸਚਨ ਕਰੋਗੇ ਤਾਂ ਮੈਂ ਉਹਦੇ ਵੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਬਟ ਕੋਸ਼ਿਸ਼ ਹੋਏਗੀ ਕਿ ਇਹ ਜਿਹੜੇ 5-7-10 ਮਿੰਟ ਅਗਲੇ ਹੈਗੇ ਨੇ ਇਹ ਬੜੇ ਇੰਪੋਰਟੈਂਟ ਨੇ। ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਕਿ ਜਿਹੜੇ ਤੁਹਾਡੇ ਨੋਨ ਸਰਕਲ 'ਚ ਹੈਗੇ ਨੇ ਉਹ ਵੀ ਨਾਲ ਜੁੜ ਜਾਣ ਔਰ ਆਪਾਂ ਇਸ ਹਾਫ ਐਨ ਆਵਰ ਦਾ ਅੱਧੇ ਘੰਟੇ ਦਾ पूरा फायदा उठा सकिए। नो डाउट कि रिकॉर्डिंग भी फेसबुक ते दोबारा आएगी और यूट्यूब ते लिंक्डइन ते और ट्विटर ते इंस्टाग्राम ते जिन्हें भी सोशल मीडियाज ने उत्थे माई वीज़ा ओवरसीज़ दी शमूलीयत है। साडी इनवॉल्वमेंट सारे ਜਿਹੜੇ सोशल मीडियाज ने उन्हां ते हुंदी है। ਆਪਾਂ वक्त ਦੀ ਨਜ਼ਾਕਤ ਨੂੰ ਦੇਖਦੇ ਹੋਏ ਆਪਾਂ ਸ਼ੁਰੂਆਤ ਕਰਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਆਪਾਂ ਵਿਜ਼ਟਰ ਵੀਜ਼ਾਸ ਦੀਆਂ ਰਿਫਿਊਜ਼ਲਸ ਦੀ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਰੀਜ਼ਨ ਕੀ ਹੈ ਕਿ ਕਿਉਂ ਰਿਫਿਊਜ਼ਲ ਆਉਂਦੀਆਂ ਨੇ ਤੇ ਦੂਜਾ ਦੱਸਾਂਗੇ ਕਿ ਇਹਦੇ ਸੋਲੂਸ਼ਨ ਕੀ ਨੇ। ਸੋ ਇਹ ਚੀਜ਼ਾਂ ਤੁਸੀਂ ਹੁਣ ਧਿਆਨ ਨਾਲ ਸੁਣੀਆਂ। ਅਗਲੇ 5-10 ਮਿੰਟ ਆਪਾਂ ਰਿਫਿਊਜ਼ਲ ਵੀਜ਼ਾਸ ਦੀ ਗੱਲ ਕਰਾਂਗੇ, ਵਿਜ਼ਟਰ ਵੀਜ਼ਾ ਦੀ, ਔਰ ਅਗਲੇ 5-7 ਮਿੰਟ ਗੱਲ ਕਰਾਂਗੇ ਆਪਾਂ ਜਿਹੜੇ ਸਟੱਡੀ ਵੀਜ਼ਾ ਦੇ ਵਿੱਚ ਰਿਫਿਊਜ਼ਲਸ ਕਿਉਂ ਆਉਂਦੇ ਨੇ। ਤਾਂ ਸ਼ੁਰੂਆਤ ਕਰਦੇ ਹਾਂ ਵਿਜ਼ਟਰ ਵੀਜ਼ਾਸ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਜਦੋਂ ਆਮ ਤੌਰ ਤੇ ਇੱਕ ਰਿਫਿਊਜ਼ਲ ਆਉਂਦੀ ਹੈ ਉਹਦੇ ਵਿੱਚ 179 ਅੰਡਰ ਬੀ ਸੈਕਸ਼ਨ ਦੇ ਅਧੀਨ ਵੀਜ਼ਾ ਰਿਫਿਊਜ਼ ਹੁੰਦਾ ਹੈ ਵਿਜ਼ਟਰ ਵੀਜ਼ਾ। ਹੁਣ ਇਹ ਐਕਚੁਅਲੀ ਜਿਹੜਾ TRV ਜਿਹਨੂੰ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਕਹਿੰਦੇ ਨੇ, ਲਾਸਟ ਟਾਈਮ ਮੈਂ ਦੱਸਿਆ ਸੀ, ਉਹਦੇ ਬੇਸਿਕ ਰੀਜ਼ਨ ਕੀ ਹੁੰਦੇ ਨੇ। ਦੇਖੋ, ਸਭ ਤੋਂ ਵੱਡਾ ਬੇਸਿਕ ਰੀਜ਼ਨ ਤਾਂ ਇਹੀ ਹੈ ਕਿ ਅਸੀਂ ਕਿਸੇ ਅਣਜਾਣ ਕੰਸਲਟੈਂਟ ਕੋਲ ਜਾ ਕੇ ਫਾਈਲ ਦਿੰਦੇ ਹਾਂ। ਇਹ ਤਾਂ ਇੱਕ ਬਹੁਤ ਵੱਡਾ ਰੀਜ਼ਨ ਹੈ। ਔਰ ਇੱਥੋਂ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਕਿਸੇ ਐਸੇ ਕੰਸਲਟੈਂਟ ਦੇ ਹੱਥ ਆਪਣੀ ਫਾਈਲ ਨਾ ਫੜਾਈਏ, ਚਾਹੇ ਉਹ ਸਟੱਡੀ ਵੀਜ਼ਾ ਹੋਵੇ ਚਾਹੇ ਵਿਜ਼ਟਰ ਵੀਜ਼ਾ ਹੋਵੇ, ਕਿ ਜਿਹਨੂੰ ਇਮੀਗ੍ਰੇਸ਼ਨ ਬਾਰੇ ਨੌਲੇਜ ਨਹੀਂ ਹੈ, ਮਾਈਗ੍ਰੇਸ਼ਨ ਬਾਰੇ ਨੌਲੇਜ ਨਹੀਂ ਹੈ, ਜਾਂ ਉਹ ਸਰਕਾਰ ਤੋਂ ਮਨਜ਼ੂਰਸ਼ੁਦਾ ਕੰਸਲਟੈਂਟ ਨਹੀਂ ਹੈ। ਤੋ ਇਹ ਚੀਜ਼ਾਂ ਪਹਿਲਾਂ ਤਾਂ ਓਵਰ ਟੋਟੈਲਿਟੀ ਦੇ ਵਿੱਚ ਆਪਾਂ ਨੂੰ ਕੰਸਲਟੈਂਟ ਦੀ ਜਿਹੜੀ ਐਜੂਕੇਸ਼ਨ ਹੈ ਉਹ ਦੇਖ ਲੈਣੀ ਚਾਹੀਦੀ ਹੈ। ਖੈਰ, ਸੈਕਿੰਡ ਜਿਹੜਾ ਬਹੁਤ ਵੱਡਾ ਪੁਆਇੰਟ ਹੈ ਉਹ ਇਹ ਹੈ ਕਿ ਤੁਹਾਡੀ ਜਿਹੜੀ ਐਨਗੇਜਮੈਂਟ ਹੈ, ਜਿਹੜਾ ਤੁਸੀਂ ਵਾਪਸ ਆਉਣਾ ਚਾਹੁੰਦੇ ਹੋ, ਇਹ ਸ਼ੋਅ ਕਰਨੀ ਹੁੰਦੀ ਹੈ, ਜਿਹਨੂੰ ਅਸੀਂ ਪਰਪਸ ਆਫ ਵਿਜ਼ਿਟ ਕਹਿੰਦੇ ਹਾਂ। ਪਰਪਸ ਆਫ ਵਿਜ਼ਿਟ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਉੱਥੇ ਜਾ ਕੇ ਕਰਨਾ ਕੀ ਹੈ। ਤੁਹਾਡਾ ਉੱਥੇ ਸਪੋਜ਼ ਤੁਸੀਂ ਟੂਰਿਜ਼ਮ ਦੇ ਬੇਸ ਤੇ ਜਾਣਾ ਚਾਹੁੰਦੇ ਹੋ ਤੇ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਜਾਂਦੇ ਹੋ। ਤੁਸੀਂ ਕਿਆ ਆਈਟਨਰੀ ਲਗਾਈ। ਆਈਟਨਰੀ ਦਾ ਮਤਲਬ ਇਹ ਹੁੰਦਾ ਕਿ ਜਿਵੇਂ ਤੁਸੀਂ ਮੰਨ ਲਓ ਕੈਨੇਡਾ ਜਾਣਾ, ਕੈਨੇਡਾ ਦੇ ਵਿੱਚੋਂ ਮੰਨ ਲਓ ਤੁਸੀਂ ਓਨਟਾਰੀਓ ਜਾਣਾ ਔਰ ਤੁਸੀਂ ਉੱਥੇ ਟੋਰਾਂਟੋ ਜਾਂ ਮਿਸੀਸਾਗਾ ਜਾਂ ਬਰੈਂਪਟਨ ਜਾਂ ਕਿਚਨਰ ਕੋਈ ਵੀ ਏਰੀਆ ਜਾਣੇ ਨੇ ਤੇ ਉਹਨਾਂ ਦੀ ਸਾਨੂੰ ਆਈਟਨਰੀ ਮਤਲਬ ਸਾਨੂੰ ਲਾਈਨ ਵਾਈਜ਼ ਦੱਸਣਾ ਪੈਂਦਾ ਕਿ ਅਸੀਂ ਕਿਹੜੇ ਹੋਟਲ 'ਚ ਕਿੰਨਾ ਸਟੇ ਕਰਾਂਗੇ, ਸਾਡੇ ਕੋਲ ਕੀ ਫੰਡ ਨੇ, ਉਹ ਸਾਨੂੰ ਪ੍ਰੂਵ ਕਰਨਾ ਪੈਂਦਾ। ਜਾਂ ਉਸ ਤੋਂ ਬਾਅਦ ਜੇ ਮੰਨ ਲਓ ਅਸੀਂ ਓਨਟਾਰੀਓ ਤੋਂ ਬਾਅਦ ਮੰਨ ਲਓ ਬ੍ਰਿਟਿਸ਼ ਕੋਲੰਬੀਆ ਜਾਣਾ, ਵੈਨਕੂਵਰ ਜਾਣਾ ਤੇ ਸਾਡੇ ਕੀ ਪਲਾਨਸ ਨੇ। ਸੋ ਸਾਡਾ ਪਰਪਸ ਆਫ ਵਿਜ਼ਿਟ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਟੂਰਿਜ਼ਮ ਤੇ ਜਾ ਰਹੇ ਹਾਂ ਜਾਂ ਸਾਨੂੰ ਕੋਈ ਇਨਵਾਈਟ ਕਰ ਰਿਹਾ, ਇਨਵੀਟੇਸ਼ਨ ਦੇ ਰਿਹਾ, ਜਾਂ ਕੋਈ ਸਪਾਂਸਰ ਲੈਟਰ ਸਾਨੂੰ ਮਿਲਦੀ ਪਈ ਹੈ। ਤੋ ਇਹ ਡਿਫਰੈਂਸ ਹੈ ਤਿੰਨਾਂ ਦੇ ਵਿੱਚ, ਟੂਰਿਜ਼ਮ ਦੇ ਵਿੱਚ, ਇਨਵੀਟੇਸ਼ਨ ਦੇ ਵਿੱਚ, ਸਪਾਂਸਰਸ਼ਿਪ ਦੇ ਵਿੱਚ। ਤੋ ਇਹਨਾਂ ਵਿੱਚ ਕਿਸੇ ਪਾਸੇ ਵੀ ਜੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਰਿਫਿਊਜ਼ਲ ਹੋ ਸਕਦੀ ਹੈ। ਦੂਜਾ ਜਿਹੜਾ ਮੇਜਰ ਕਾਰਨ ਹੁੰਦਾ ਹੈ ਉਹ ਹੁੰਦਾ ਕਿ ਸਾਡੇ ਕੋਲ ਫੰਡ ਪ੍ਰੋਪਰ ਅਸੀਂ ਸ਼ੋਅ ਨਹੀਂ ਕਰ ਪਾਉਂਦੇ। ਜਿਵੇਂ ਸਪੋਜ਼ ਆਪਾਂ ਗੱਲ ਕਰਦੇ ਹਾਂ ਕਿ ਜੇ 5-7-10 ਦਿਨ ਦੇ ਲਈ ਆਪਾਂ ਕੈਨੇਡਾ ਜਾਣਾ ਹੈ ਤਾਂ ਸਾਡੇ ਕੋਲ ਸਫੀਸ਼ੀਐਂਟ ਅਮਾਊਂਟ ਜਿਹੜੀ ਹੈ ਉਹ ਸਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਸਾਡੀ ਉੱਥੇ ਸਟੇ ਈਜ਼ੀ ਰਹੇ।
तो साडे नाल धालीवाल साहब जुड़ चुके हैं, सौरभ वर्मा जी नाल ने और श्वेता नाल ने। सो बहुत बहुत तुहाडा थैंक्स है जुड़न नाल। तो मैं गल कर रहा सी कि ਜਿਹੜੇ ਇਹ बेसिक रीजन है कि परपज़ ऑफ विजिट नहीं क्लीयर ਹੁੰਦਾ ਤਾਂ रिफ्यूजल आ जाती है। ਅਸੀਂ फंड प्रॉपर नहीं शो कर पाते कि फंड प्रॉपर शो करने का मतलब की होंगे, जिवें सपोज तुसी इनकम टैक्स रिटर्न भरते हो ITR, हाँ फॉर्म 16 भर लिया या जे फॉर्म भर लिया, हुण तुसी ITR भरी मान लो कि 5 सवा 5 5.5 लाख दी, थोड़े बैंक च पिया 12 लाख रुपया, तो आपस विच कोरिलेशन नहीं मिलती कि तुसी कमाने तो पे हो 5 लाख रुपये साल का और थोड़े बैंक च 12 लाख किवें आया, तुसी जस्टिफाई किवें करोगे। कई कंसल्टेंट कहते हैं कि भी बैंक के 20 लाख रुपये पा दो थोड़ा वीज़ा आ जाऊगा। जब तक थोड़ी जिहड़ी कमाई इनकम है, जिहड़ी तुसी अर्नड मनी है और जिहड़ी सेविंग मनी है, ਉਹਦੇ ਵਿੱਚ ਤੁਸੀਂ ਕੋਲੈਬੋਰੇਸ਼ਨ ਤੁਸੀਂ ਉਹ 'ਚ ਡਿਫਰੈਂਸ ਸ਼ੋ नहीं कर पाते कि मैं 10 रुपये कमाना वा और मेरा 6 रुपये खर्चा है और 4 रुपये मेरे को सेविंग है। ये तो हो नहीं सकता कि आप 10 रुपये कमाने भी और 12 रुपये साडे बैंक च आ गए। तो ये चीज़ां बहुत ध्यान नाल सानू सोचने पैणियां ने वीज़ा लगाने दे लई कि वीज़ा अप्लाई करने दे लई कि जिहड़ा फिनांस है ये बहुत मेजर रोल अदा करता है। सैकेंड थिंग ਇਹਦੇ ਨਾਲ ਜਿਹੜੀ बहुत इंपॉर्टेंट गल ये ਹੁੰਦੀ है कि ਸਾਡੀ ਜਿਹੜੀ ਲਾਇਬਿਲਟੀਜ਼ ਨੇ, ਸਾਡੀ ਜਿਹੜੀ ਐਸੈਟਸ ਹੈ ਉਹ ਇੱਥੇ ਕਿੰਨੀਆਂ ਕੁ ਸਟਰੋਂਗ ਨੇ। ਅਸੀਂ ਐਸੈਟਸ ਐਂਡ ਲਾਇਬਿਲਟੀ ਦੇ ਸਰਟੀਫਿਕੇਟ ਲਗਾ ਦਿੰਦੇ ਹਾਂ ਸੀਏ ਤੋਂ ਕਿ ਇਹ ਸ਼ੋ ਕਰ ਲਈ ਕਿ ਸਾਡੇ ਕੋਲ ਇੰਨਾ ਸੋਨਾ ਹੈ, ਇੰਨਾ ਕਾਰਾਂ ਨੇ, ਬਟ ਐਕਚੁਅਲ ਦੇ ਵਿੱਚ ਅਸੀਂ ਕਿਆ ਉਹਨਾਂ ਤੇ ਕੋਈ ਟੈਕਸ ਪੇ ਕੀਤਾ। ਮੰਨ ਲਓ ਆਪਾਂ ਕੋਲ ਗੋਲਡ ਹੈ, गोल्ड के उपर कोई टैक्स पे किया, वो वाइट मनी च आ गया, या साडे कोल जिहड़ी कार लई हुई है ਉਹਦੀ ਜਿਹੜੀ ਅੱਜ ਦੀ ਜਿਹੜੀ ਵੈਲਿਊ ਹੈ ਉਹ ਆਪਾਂ ਕਿਸੇ ਵੈਲਿਊਟਰ ਤੋਂ ਪਵਾਈ ਹੈ, ਉਹਦਾ ਕੀ ਪ੍ਰੂਫ ਹੈ। तो इस तरह ਜਿਹੜੀ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ ਇਹ ਆਪਾਂ ਜਦੋਂ ਨਹੀਂ ਸ਼ੋ ਕਰਦੇ ਤਾਂ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਬੈਂਕਿੰਗ ਹੋ ਗਈ, ITR ਹੋ गई, ਜਾਂ ਤੁਹਾਡੀ ਪ੍ਰੋਪਰਟੀ ਇਵੈਲੂਏਸ਼ਨ ਹੋ गई। प्रॉपर्टी वैल्यूएशन खैर इन्ना वड्डा मुद्दा नहीं है कि जेडे सपोज रेंट ते भी ने, जिन्हें को अपनी प्रॉपर्टी नहीं है वो भी कैनेडा जा सकते हैं या बाहरली मुल्क जा सकते हैं, बट कंडीशन इज दैट कि उन्हों का वो वापस परत के वापस आएंगे अपने कंट्री के होम कंट्री च। इसका की सबूत है? तो जो सानू ये सबूत असीं पेश कर देने कि सपोज परसन मैरिड है, एक दो बच्चे ने और उन्होंने पता है कि भी वापस आना पैना, जे साढ़े को इन्नी प्रॉपर्टी है सपोज 40-50 लाख रुपए की या करोड़ रुपए की प्रॉपर्टी है, 10-12 लाख रुपए कमा रहे हैं, 8-10 लाख बैंक है, तो ये कुछ वीज़ा अफसर नूं ये शो हो जाता कि यस कि ही विल कम बैक टू हिज होम कंट्री। और सब तो वड्डी गल ये है कि तुसी जिहड़ी सपोज आप कैनेडा दे लई फाइल लगाने आ, क्या असी टूरिज्म दे विच साडा की इंटरस्ट है? असी कोई शैंगन कंट्री या कोई दुबई हो गया, सिंगापुर हो गया, या इन्हां एशियन कंट्री दे विच आपां कदी घुमे कि नहीं घुमे। सो जो पासपोर्ट फ्रैश होंदा है, उम्र भी मान लो 30-32 साल की है, कमाने भी घट है, तो वो वीज़ाज के चांस घट जाते, तो रिफ्यूजल आ जाती हैं। तो नाल मैं थोड़ा दस रहा कारण की ने और नाल मैं सोल्यूशन भी दे रहा, तो दोनों चीज़ां इकट्ठियां हो जाएगियां। सो मेरा कहने का मकसद ये है कि जदों असी प्रॉपर फाइलिंग नहीं करते उदों वीज़ा रिफ्यूज होंदा है। सब तो वड्डी गल है कि आपां कोई वीज़ा सपोज रिफ्यूज होया, आपां नैक्सट टाइम जो इहनूं अप्लाई करना तो आपां दसदे नहीं कि पिछला वीज़ा साडा रिफ्यूज होया, ਉਹਦੇ ਬਾਰੇ ਆਪਾਂ वीज़ा ऑफिसर ਨੂੰ ਇਹ ਜਾਣਕਾਰੀ नहीं ਦਿੰਦੇ कि साडा पिछला वीज़ा रिफ्यूज होया। क्लाइंट ये सोचता है कि शायद मैं पिछला दस देंगा तो शायद मेरे को फिर वीज़ा नहीं मिलना, बट ਤੁਹਾਨੂੰ ईमानदारी ਦੇ ਨਾਲ सच्चाई ਦੇ ਨਾਲ ਆਪਣਾ ਜਿਹੜਾ ਫਾਰਮ ਹੈ ਉਹ ਭਰਨਾ ਪੈਂਦਾ ਹੈ। ਹੋਰ ਸਭ ਤੋਂ ਵੱਡੀ ਗੱਲ ਇਹ ਕਿ ਤੁਸੀਂ ਜਦੋਂ ਫੇਕ ਡਾਕੂਮੈਂਟ ਲਗਾਉਂਦੇ ਹੋ, फेक ਦੇ ਵਿੱਚ ਮੰਨ ਲਓ ITR ਆਪਾਂ ਫੇਕ ਲਗਾਤੀ, ਬੈਂਕਿੰਗ ਕਿਸੇ ਦੇ ਨਾਮ ਦੀ ਫੇਕ ਲਗਾਤੀ, इस तरह के आप कोई सैलरी स्लिप किसी की लगाती, तो इस तरह के जो असी फेक डॉक्यूमेंट प्रोड्यूस करने की कोशिश करते हैं, वीज़ा ऑफिसर एक सैकेंड के उन्होंने समझ आ जाती है कि ये परसन का वीज़ा नहीं लग सकता, तो रिफ्यूजल के जोड़े चांसिस साढ़े बढ़ जाते हैं। सो ईमानदारी की गल है कि तरीके फाइल लाइए। सब तो पहला साडा परपज़ ऑफ विजिट क्लीयर हो, ਸਾਡੇ ਕੋਲ ਸਫੀਸ਼ੀਐਂਟ ਫੰਡ ਹੋਣ, ਫੰਡ ਜੈਨੂਨ ਹੋਣ, ਕਿਸੇ ਤੋਂ ਲੈ ਕੇ ਨਹੀਂ ਆਪਾਂ ਫੰਡ ਸ਼ੋ ਕਰਨੇ ਕਿ ਤੁਸੀਂ 3 ਲੱਖ ਰੁਪਏ ਅੱਜ ਮੇਰੇ ਬੈਂਕ 'ਚ ਪਾ ਦਿਓ ਤੇ ਮੈਂ ਕੱਲ ਵੀਜ਼ਾ ਅਪਲਾਈ ਕਰਨਾ ਹੈ, ਜਾਂ ਤੁਸੀਂ 3-3 ਲੱਖ ਦੀਆਂ 2-2 ਟ੍ਰਾਂਜੈਕਸ਼ਨਾਂ ਕਰਨੀਆਂ। ਇਸ ਤਰ੍ਹਾਂ ਦਾ ਪ੍ਰੈਕਟੀਕਲ ਪੋਸੀਬਲ ਨਹੀਂ ਹੁੰਦਾ। ਸੋ ਕੋਸ਼ਿਸ਼ ਇਹ ਕਰੋ ਕਿ ਤੁਸੀਂ ਚਾਹੇ ਘੱਟ ਵੀ ਕਮਾਉਂਦੇ ਹੋ ਪਰ ਉਹਨੂੰ ਜੈਨੂਨਲੀ ਸ਼ੋ ਕਰੋ। मान लो कोई परसन 5-5.5-6 लाख की ITR है, जो 4-4.5 लाख 3 लाख भी जे बैंक में शो करता मीनस जी नॉर्मल जी ट्रांजैक्शन है। तुम जो 3-3, 4-4, 5 लाख रुपया एक दिन के ट्रांजैक्शन करते हो किसी को फड़ के, उदों चांसिस बहुत घट जाते हैं, क्योंकि वीज़ा अफसर समझदा है कि इन्होंने वीज़ा लैन के लिए ही इन्होंने जोड़े बैंकिंग के नवी ट्रांजैक्शन की है। सो ये तो मेजर कारण है जोड़े आप वीज़ा रिफ्यूज होंगे जब आप टूरिस्ट वीज़ा ते या सानू कोई इनविटेशन प्रॉपर नहीं आती।
ਆਮ ਤੌਰ ਤੇ ਕਿਹਾ ਜਾਂਦਾ ਹੈ ਕਿ 25 ਦਸੰਬਰ ਨੂੰ ਵੀਜ਼ਾ ਖੁੱਲ ਜਾਣਗੇ ਜਾਂ 13 ਜਨਵਰੀ ਨੂੰ ਲੋਹੜੀ ਦੇ ਵੀਜ਼ਾ ਖੁੱਲ ਜਾਣਗੇ। ਉਹ ਲੋਹੜੀ ਤਾਂ ਸਾਡੇ ਲਈ ਹੈ, ਉਹ ਲੋਹੜੀ ਮਨਾਉਂਦੇ ਨਹੀਂ ਮਨਾਉਂਦੇ ਕੈਨੇਡਾ ਵਾਲੇ, ਉਹਦਾ ਅਸੀਂ ਕੀ ਗਰੰਟੀ ਲੈ ਸਕਦੇ ਹਾਂ। ਤੋ ਕਈ ਕੰਸਲਟੈਂਟ ਮੇਰੇ ਜਿਹੜੇ ਲੌਬੀ ਦੇ ਮੇਰੇ ਮਿੱਤਰ ਨੇ, ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੀ ਉਹਨਾਂ ਦੇ ਇਸ ਐਕਟ ਨਾਲ ਬਾਕੀ ਕੰਸਲਟੈਂਟ ਦਾ ਵੀ ਜਿਹੜਾ ਨਾਮ ਹੈ ਉਹ ਬਦਨਾਮ ਹੁੰਦਾ ਹੈ। ਤੋ ਜੈਨੂਨ ਤਰੀਕੇ ਨਾਲ, ਚਾਹੇ ਲੋਹੜੀ ਨਾ ਵੀ ਹੋਵੇ, ਚਾਹੇ ਕ੍ਰਿਸਮਸ ਨਾ ਵੀ ਹੋਵੇ, ਤੁਸੀਂ ਉਦੋਂ ਵੀ ਵੀਜ਼ਾ ਅਪਲਾਈ ਕਰਕੇ ਲੈ ਸਕਦੇ ਹੋ, ਬਸ਼ਰਤੇ ਕਿ ਤੁਹਾਡੇ ਜਿਹੜੇ ਡਾਕੂਮੈਂਟ ਨੇ ਉਹ ਜੈਨੂਨ ਹੋਣ। ਜੇ ਆਪਾਂ ਕੋਈ ਫੇਕ ਡਾਕੂਮੈਂਟ ਲਗਾਉਂਦੇ ਆ, ਕੋਈ ਫੰਡਿੰਗ ਫੇਕ ਲਗਾਉਂਦੇ, ਜੇ ਸਾਡਾ ਪਰਪਸ ਨਹੀਂ ਕਲੀਅਰ ਹੁੰਦਾ, ਉਹਦੇ ਨਾਲ ਸਾਡਾ ਜਿਹੜਾ ਰਿਫਿਊਜ਼ਲ ਦੇ ਉਹ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਹਾਂ, ਜਿਹੜਾ ਤੁਹਾਨੂੰ ਕੋਈ ਉੱਥੇ ਇਨਵਾਈਟ ਕਰ ਰਿਹਾ ਉਹਦਾ ਵੀ ਸਾਨੂੰ ਕੰਪਲੀਟ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਕਿ ਉਹ ਇਨਸਾਨ ਕੈਨੇਡਾ ਵਿੱਚ ਜਾਂ ਕਿਸੇ ਵੀ ਮੁਲਕ ਦੇ ਵਿੱਚ, ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਕਿ ਉਹ ਉਸ ਕੰਟਰੀ ਦੇ ਵਿੱਚ ਕਿੰਨੇ ਸਾਲ ਤੋਂ ਰਹਿ ਰਿਹਾ, ਉੱਥੇ ਕੀ ਕੰਮ ਕਰ ਰਹੇ ਨੇ, ਟੈਕਸ ਕਿੰਨਾ ਪੇ ਕਰ ਰਹੇ ਨੇ, ਕਿਆ ਉਹਨਾਂ ਕੋਲ ਕੋਈ ਆਪਣੀ ਪ੍ਰਾਪਰਟੀ ਹੈ, ਜੇ ਰੈਂਟਡ ਹੈ, ਕੋਈ ਰਜਿਸਟ੍ਰੇਸ਼ਨ ਹੈ, ਉਹ ਭੇਜਣ, ਇਨਵੀਟੇਸ਼ਨ ਜਾਂ ਸਪਾਂਸਰਸ਼ਿਪ ਜੋ ਵੀ ਜਿਸ ਅੰਡਰ ਉਹਨਾਂ ਨੇ ਵੀਜ਼ਾ ਅਪਲਾਈ ਕਰਨਾ ਹੈ ਉਹ ਭੇਜਣ, ਔਰ ਆਪਣਾ ਜਿਹੜਾ ਪਰਪਸ ਹੈ, ਉਹਨਾਂ ਨੇ ਜਾਣਾ ਕਿਉਂ ਹੈ। ਜੇ ਤਾਂ ਟੂਰਿਜ਼ਮ ਤੇ ਜਾਣਾ ਹੈ ਤਾਂ ਕਿਆ ਬਾਕੀ ਕੰਟਰੀ ਘੁੰਮੇ ਹੋਏ ਨੇ, ਕਿਆ ਉਹਨਾਂ ਨੇ ਪਹਿਲਾਂ ਏਸ਼ੀਅਨ ਕੰਟਰੀ ਜਾਂ ਸ਼ੈਂਗਨ ਕੰਟਰੀ ਘੁੰਮਿਆ ਨੇ, ਤੇ ਜੇ ਹੈ ਤਾਂ ਫਿਰ ਵੀਜ਼ਾ ਅਪਲਾਈ ਕਰੀਏ ਤਾਂ ਵੀਜ਼ਾ ਲੱਗ ਜਾਂਦਾ ਹੈ। ਬਟ ਜੇ ਆਪਾਂ ਜੇ ਉਮਰ ਵੀ 27-28 ਸਾਲ ਹੈ ਔਰ ਕਮਾਉਂਦੇ ਵੀ ਘੱਟ ਹੈ, ਪ੍ਰਾਪਰਟੀ ਵੀ ਆਪਣੀ ਨਹੀਂ ਹੈ, ਕਦੀ ਗਏ ਵੀ ਕਿਸੇ ਕੰਟਰੀ ਦੇ ਵਿੱਚ ਨਹੀਂ, ਕੈਨੇਡਾ ਡਾਇਰੈਕਟ ਅਪਲਾਈ ਕਰਦੇ ਹਾਂ, ਤਾਂ ਫਿਰ ਰਿਫਿਊਜ਼ਲ ਆਏਗੀ। ਤੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਜਿਹੜੇ ਕੰਸਲਟੈਂਟ ਮੇਰੇ ਵੀਰ ਇਹ ਕਹਿੰਦੇ ਨੇ ਕਿ ਤੁਹਾਨੂੰ ਅਸੀਂ 5 ਲੱਖ ਰੁਪਏ ਦਿਓ, 10 ਲੱਖ ਦਿਓ, ਸਾਡੀ ਅੰਬੈਸੀ ਦੇ ਵਿੱਚ ਸੈਟਿੰਗ ਹੈ, ਉਹ ਪਤਾ ਨਹੀਂ ਕਿਸ ਤਰ੍ਹਾਂ ਜਿਸ ਨੂੰ ਜਸਟੀਫਾਈ ਕਰਦੇ ਨੇ, ਇਹਦਾ ਤੁਸੀਂ ਆਪ ਦੇਖਣਾ ਹੈ। ਬਟ ਜਿਹੜੇ ਸਰਕਾਰੀ ਫੀਸ ਹੈ, ਤੁਹਾਨੂੰ ਪਤਾ ਹੈ ਕਿ ਵੀ ਕੈਨੇਡਾ ਦੀ ਸਰਕਾਰੀ ਫੀਸ ਸਿਰਫ $100 ਹੈ, $85 ਉਹਦੇ ਸਿਰਫ ਬਾਇਓਮੈਟ੍ਰਿਕ ਦੇ ਨੇ। ਸੋ $185 ਨੂੰ ਤੁਸੀਂ 55-56 ਨਾਲ ਮਲਟੀਪਲਾਈ ਕਰੋ ਤੇ 10-12 ਹਜ਼ਾਰ ਤੋਂ ਉੱਪਰ ਖਰਚਾ ਨਹੀਂ ਆਉਂਦਾ। ਕਿਉਂ ਆਪਾਂ 20 ਲੱਖ 30 ਲੱਖ ਰੁਪਏ ਦੇ ਕੇ ਜਾਂਦੇ ਆ। ਉਹ ਜਿਹੜਾ ਕੰਸਲਟੈਂਟ ਤੁਹਾਡੇ ਵੀਜ਼ਾ ਅਪਲਾਈ ਕਰਦਾ ਹੈ, ਉਹ ਹੋ ਸਕਦਾ ਕਿ ITR ਜਾਲੀ ਲਾਉਂਦਾ ਹੋਵੇ, ਹੋ ਸਕਦਾ ਬੈਂਕਿੰਗ ਤੁਹਾਡੀ ਜਾਲੀ ਲਾਉਂਦਾ ਹੋਵੇ, ਹੋ ਸਕਦਾ ਕਿ ਤੁਹਾਡੀ ਪ੍ਰਾਪਰਟੀ ਜਾਲੀ ਲਾਉਂਦਾ ਹੋਵੇ, ਜਾਂ ਹੋਰ ਵੀ ਡਾਕੂਮੈਂਟ ਇਕੱਠੇ ਕੀਤੇ, ਥੋੜੀ ਇੰਪਲੋਇਮੈਂਟ ਸ਼ੋ ਕਰਤੀ ਉਹਨੇ ਜਾਲੀ, ਤੁਸੀਂ ਸਿਰਫ ਇੱਕ ਪਾਸਪੋਰਟ ਦਿੱਤਾ ਤੇ ਬਾਅਦ ਚੋਂ ਕਹਿੰਦੇ ਕਿ ਲੈ ਵੀ ਉਹ ਫਲਾਣੇ ਕੰਸਲਟੈਂਟ ਨੇ ਮੇਰਾ ਵੀਜ਼ਾ ਲਵਾਤਾ। ਪਰ ਤੁਹਾਨੂੰ ਕੀ ਪਤਾ ਕਿ ਉੱਥੇ ਜਾ ਕੇ ਤੁਹਾਡੇ ਤੇ ਕੋਈ ਕੇਸ ਪੈ ਜਾਂਦਾ ਹੈ ਜਾਂ ਤੁਸੀਂ ਬੈਨ ਹੋ ਜਾਂਦੇ ਹੋ, ਕੋਈ ਵੀ ਮਤਲਬ ਯੂ ਕੈਨ ਸੇ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਸ਼ਿਸ਼ ਇਹ ਰੱਖੋ ਕਿ ਆਪਣੇ ਜੈਨੂਨ ਡਾਕੂਮੈਂਟਸ ਤੇ ਹੀ ਤੁਸੀਂ ਬਾਹਰ ਜਾਓ, ਤਾਂ ਕਿ ਜਿਹੜੇ ਬਾਕੀ ਤੁਹਾਡੇ ਪਿੱਛੇ ਜਾਣ ਵਾਲੇ ਹੈਗੇ ਨੇ ਉਹਨਾਂ ਨੂੰ ਵੀ ਸੁਖਾਲਾ ਰਵੇ, ਉਹਨਾਂ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਜੇ ਮੰਨ ਲਓ ਇੱਕ ਕੰਸਲਟੈਂਟ ਕਿਸੇ ਨੂੰ ਗੁੰਮਰਾਹ ਕਰਦਾ ਹੈ, ਅਸੀਂ ਵੀ ਗੁੰਮਰਾਹ ਹੁੰਨੇ ਆ ਐਜ਼ ਏ ਕਲਾਇੰਟ। ਅੱਛਾ, ਅਸੀਂ ਮੰਨ ਲਓ ਕਿ ਗਲਤ ਡਾਕੂਮੈਂਟ ਤੇ ਪਹੁੰਚ ਗਏ, ਉੱਥੇ ਅਸੀਂ ਬੈਨ ਹੋ ਗਏ ਜਾਂ ਨੰਬਰ ਆਫ ਪੀਪਲ ਵੱਧ ਗਏ ਕਿ ਹਾਂ ਵੀ ਇੰਨੇ ਬੰਦੇ ਗਲਤ ਤਰੀਕੇ ਨਾਲ ਐਂਟਰ ਹੋਏ ਨੇ, ਬਾਕੀਆਂ ਦੇ ਉੱਪਰ ਉਹ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ ਕਿ ਬਾਕੀ ਨੂੰ ਨਹੀਂ ਜਾਣਦੇ ਨਾ, ਫਿਰ ਪਿਓਰ ਸਕਰੂਟਨੀ ਹੁੰਦੀ ਹੈ। ਸੋ ਕਹਿਣ ਦਾ ਮਕਸਦ ਹੈ ਕਿ ਵੀਜ਼ਾ ਅਫਸਰ ਬਹੁਤ ਸਿਆਣੇ ਨੇ, ਸਾਡੇ ਨਾਲੋਂ ਜ਼ਿਆਦਾ ਸਿਆਣੇ ਹੁੰਦੇ ਨੇ, ਉਹਨਾਂ ਕੋਲ ਰੋਜ਼ ਦੀਆਂ ਹਜ਼ਾਰਾਂ ਫਾਈਲਾਂ ਕੱਢਦੇ ਨੇ। ਸੋ ਸਾਨੂੰ ਆਪਣਾ ਜਿਹੜਾ ਗਲਤ ਪਾਸੇ ਦਿਮਾਗ ਲਾਉਣ ਦੀ ਬਜਾਏ ਇੱਕ ਸਹੀ ਪਾਸੇ ਦਿਮਾਗ ਲਾਈਏ ਤਾਂ ਵੀਜ਼ਾ ਦੇ ਚਾਂਸਿਸ ਬਹੁਤ ਵੱਧ ਜਾਂਦੇ ਨੇ। ਜਿਹੜੀ ਹੁਣ ਮੈਂ ਗੱਲ ਕਰਨ ਲੱਗਾ ਸੀ, ਇਹ ਤਾਂ ਹੋ ਗਈ ਵਿਜ਼ਟਰ ਵੀਜ਼ਾ ਦੇ ਵਿੱਚ। ਤੁਸੀਂ ਮੈਨੂੰ ਜੇ ਤੁਹਾਨੂੰ ਵਿਜ਼ਟਰ ਵੀਜ਼ਾ ਦੇ ਵਿੱਚ ਕਿਸੇ ਪਾਸੇ ਕੋਈ ਕਲੈਰਿਟੀ ਨਹੀਂ ਹੋਈ ਤਾਂ ਉਹ ਤੁਸੀਂ ਮੈਨੂੰ ਕੁਐਸਚਨਸ ਕਰ ਸਕਦੇ ਹੋ, ਮੈਂ ਤੁਹਾਡਾ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਜਵਾਬ ਦਿਆਂ। ਹੁਣ ਆਪਾਂ ਗੱਲ ਕਰਦੇ ਹਾਂ ਸਟੱਡੀ ਵੀਜ਼ਾ ਦੀ। ਸਟੱਡੀ ਵੀਜ਼ਾ ਦੇ ਵਿੱਚ ਕੀ ਹੁੰਦਾ ਹੈ ਕਿ ਇਹਦਾ ਜਿਹੜਾ ਵੀਜ਼ਾ ਲੱਗਦਾ ਇਹ 216 ਅੰਡਰ ਸੈਕਸ਼ਨ 1, ਇਹਦੇ ਅੰਡਰ ਇਹ ਵੀਜ਼ਾ ਲੱਗਦਾ। ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ, ਹੁਣ ਕਈ ਸਟੂਡੈਂਟ ਕਹਿੰਦੇ ਕਿ ਸਰ 6.5 ਬੈਂਡ ਸੀ ਜਾਂ 7 ਬੈਂਡ ਸੀ, 82% ਮਾਰਕਸ ਹੈ, ਵੀਜ਼ਾ ਰਿਫਿਊਜ਼ ਹੋ ਗਿਆ, ਸਟੱਡੀ ਵੀਜ਼ਾ ਰਿਫਿਊਜ਼ ਹੋ ਗਿਆ। ਕੈਨ ਯੂ ਇਮੇਜਿਨ ਕਿੰਨੀ ਵੱਡੀ ਗੱਲ ਹੁੰਦੀ। ਦੇਖੋ, ਵੀਜ਼ਾ ਰਿਫਿਊਜ਼ ਹੋਣਾ ਜਾਂ ਅਪਰੂਵ ਹੋਣਾ ਇਹ ਕਿਸੇ ਵੀ ਕੰਸਲਟੈਂਟ ਦੇ ਹੱਥ ਨਹੀਂ ਹੈ। ਦੁਨੀਆ ਦਾ ਕੋਈ ਵੀ ਕੰਸਲਟੈਂਟ ਇਸ ਚੀਜ਼ ਦੀ ਗਾਰੰਟੀ ਨਹੀਂ ਲੈ ਸਕਦਾ ਕਿ ਮੈਂ ਵੀਜ਼ਾ ਲਵਾ ਕੇ ਦਿਆਂਗਾ। ਅਸੀਂ ਵੀਜ਼ਾ ਅਪਲਾਈ ਕਰ ਸਕਦੇ ਹਾਂ। ਇਹ ਤਾਂ ਇਸ ਤਰ੍ਹਾਂ ਹੋ ਗਿਆ ਕਿ ਇੱਕ ਵਕੀਲ ਕਵੇ ਕਿ ਮੈਂ ਤਾਂ ਜੀ ਜੱਜ ਤੋਂ ਉੱਪਰ ਹਾਂ, ਮੈਂ ਤਾਂ ਤੁਹਾਡਾ ਕੇਸ ਜਿਤਾ ਕੇ ਸਾਲ ਲਊਂਗਾ। ਹੁਣ ਇੱਕ ਕੰਸਲਟੈਂਟ ਹੈ, ਇੱਕ ਮੀਡੀਏਟਰ ਹੈ, ਉਹਨੇ ਤੁਹਾਡੇ ਡਾਕੂਮੈਂਟ ਨੂੰ ਪ੍ਰੋਪਰ ਤਰੀਕੇ ਨਾਲ ਪੇਸ਼ ਕਰਨਾ ਹੈ ਵੀਜ਼ਾ ਅਫਸਰ ਅੱਗੇ। ਹੁਣ ਵੀਜ਼ਾ ਅਫਸਰ ਆਪਣੇ ਦਿਮਾਗ ਦੇ ਨਾਲ, ਆਪਣੇ ਤਰੀਕੇ ਦੇ ਨਾਲ, ਆਪਣੀ ਅੱਖ ਦੇ ਨਾਲ ਉਹ ਡਾਕੂਮੈਂਟ ਦੇਖਦਾ ਹੈ। ਉਹਨੂੰ ਲੱਗਦਾ ਹੈ ਕਿ ਇਹ ਆਹ ਕਮੀਆਂ ਹੈਗੀਆਂ ਨੇ, ਇਹ ਸਟੂਡੈਂਟ ਜਿਹੜਾ ਹੈਗਾ ਜਾਂ ਇਹ ਕਲਾਇੰਟ ਹੈ ਜਾਂ ਇਹ ਵਿਜ਼ਿਟਿੰਗ ਕਰਨ ਲਈ ਪਰਸਨ ਜਾ ਰਿਹਾ, ਇਹ ਵੀਜ਼ਾ ਦੇਣ ਦੇ ਕਾਬਿਲ ਨਹੀਂ ਹੈ ਤਾਂ ਨਹੀਂ ਦਿੰਦੇ ਉਹਨੂੰ। ਹਾਂ, ਤੁਸੀਂ ਅਗਲੀ ਵਾਰੀ ਜਦੋਂ ਅਪਲਾਈ ਕਰਦੇ ਹੋ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਹੁੰਦੀਆਂ ਨੇ ਉਹ ਦੁਬਾਰਾ ਸੁਧਾਰ ਲਓ ਉਹਨਾਂ ਨੂੰ। ਤਾਂ ਵੀਜ਼ਾ ਰਿਫਿਊਜ਼ ਹੋਣਾ ਕੋਈ ਪਹਾੜ ਨਹੀਂ ਗਿਰ ਗਿਆ। ਦੁਬਾਰਾ ਤੁਸੀਂ ਆਪਣੀਆਂ ਕਮੀਆਂ ਨੂੰ ਠੀਕ ਕਰਕੇ ਵੀ ਵੀਜ਼ਾ ਲੈ ਸਕਦੇ, ਚਾਹੇ ਸਟੱਡੀ ਵੀਜ਼ਾ ਹੋਵੇ ਚਾਹੇ ਵਿਜ਼ਟਰ ਵੀਜ਼ਾ ਹੋਵੇ। ਨੇਹਾ ਦੀਪਕ ਨਰੂਲਾ ਮੇਰੇ ਨਾਲ ਨੇ, ਸੋ ਸਵਾਗਤ ਹੈ ਇਹਨਾਂ ਦਾ।
ਸੋ ਕਹਿਣ ਦਾ ਮਕਸਦ ਇਹ ਹੈ ਕਿ ਜਿਹੜੇ ਤਾਂ ਸਟੱਡੀ ਵੀਜ਼ਾ ਦੇ ਵਿੱਚ ਸਟੂਡੈਂਟ ਜਾਂਦੇ ਨੇ, ਸਭ ਤੋਂ ਵੱਡੀ ਪ੍ਰੋਬਲਮ ਰੈਲੇਵੈਂਸੀ ਆਫ ਸਬਜੈਕਟ। ਰੈਲੇਵੈਂਸੀ ਦਾ ਮਤਲਬ ਕੀ ਹੁੰਦਾ? +2 ਕੀਤੀ ਹੈ ਸਪੋਜ਼ ਆਰਟਸ ਦੇ ਵਿੱਚ, ਸਬਜੈਕਟ ਲੈ ਲਿਆ ਮੈਡੀਕਲ ਦਾ, ਜਾਂ ਕਾਮਰਸ ਦੇ ਸਬਜੈਕਟ ਕਾਮਰਸ ਵਿੱਚ +2 ਕੀਤੀ ਹੈ ਔਰ ਸਬਜੈਕਟ ਲੈ ਲਿਆ ਕੋਈ ਸਾਇੰਸ ਦਾ ਜਾਂ ਕੋਈ ਡਿਪਲੋਮਾ ਲੈ ਲਿਆ। ਤੋ ਰੈਲੇਵੈਂਸੀ ਜਿਹੜੀ ਹੈਗੀ ਹੈ ਇਹ ਸਾਨੂੰ ਦੇਖਣੀ ਪਏਗੀ ਕਿ ਜੋ ਤੁਸੀਂ ਕੋਰਸ +2 ਚ ਕੀਤਾ ਹੈ ਜਾਂ ਗ੍ਰੈਜੂਏਸ਼ਨ ਜਿਹੜੇ ਕੋਰਸ ਦੀ ਕੀਤੀ ਹੈ ਉਹਦੇ ਮੁਤਾਬਕ ਹੀ ਜਿਹੜੇ ਕੋਰਸਿਸ ਨੇ ਉਹ ਤੁਹਾਨੂੰ ਯੂਜੀ ਲਈ ਜਾਂ ਪੀਜੀ ਲਈ ਜਾਂ ਅੰਡਰ ਗ੍ਰੈਜੂਏਸ਼ਨ ਦੇ ਲਈ ਜਾਂ ਪੋਸਟ ਗ੍ਰੈਜੂਏਸ਼ਨ ਦੇ ਲਈ ਉਹ ਚੂਜ਼ ਕਰਨੇ ਚਾਹੀਦੇ ਨੇ। ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਰੈਲੇਵੈਂਸੀ ਦੇ ਵਿੱਚ। ਸੈਕਿੰਡ ਪ੍ਰੋਬਲਮ ਆਉਂਦੀ ਹੈ ਸਟੇਟਮੈਂਟ ਆਫ ਪਰਪਸ ਦੇ ਵਿੱਚ, ਕਿ ਸਾਨੂੰ ਇਹ ਕਲੈਰਿਟੀ ਨਹੀਂ ਹੁੰਦੀ ਕਿ ਅਸੀਂ ਜਾ ਕਿਉਂ ਰਹੇ ਹਾਂ। ਅਸੀਂ ਜਿਹੜਾ ਸਾਡਾ ਕੰਸਲਟੈਂਟ ਆ ਉਹ ਐਸਓਪੀ ਬਣਾਉਂਦਾ। ਸਭ ਤੋਂ ਵੱਡਾ ਆਪਾਂ ਮਤਲਬ ਨੁਕਸਾਨ ਕਰਦੇ ਹਾਂ ਆਪਣੀ ਫਾਈਲ ਦੇ ਨਾਲ ਕਿ ਅਸੀਂ ਕਿਸੇ ਕੰਸਲਟੈਂਟ ਨੂੰ ਕਹਿੰਦੇ ਆ ਕਿ ਸਾਡੀ ਐਸਓਪੀ ਬਣਾ ਦਿਓ। ਹੁਣ ਸਾਡੀ ਐਸਓਪੀ ਬਣਾ ਦਿਓ, ਸਾਡਾ ਫਿਊਚਰ ਤੁਸੀਂ ਕ੍ਰੀਏਟ ਕਰੋ। ਮਕਸਦ ਤੁਹਾਡਾ ਸਟੇਟਮੈਂਟ ਆਫ ਪਰਪਸ ਤੁਹਾਡਾ ਕਿ ਤੁਹਾਡਾ ਪਰਪਸ ਕੀ ਹੈ, ਤੁਸੀਂ ਕਿਹੜੇ ਕਾਲਜ ਜਾ ਰਹੇ ਹੋ, ਕੋਰਸਿਸ ਕਿਹੜੇ ਲਏ ਨੇ, ਉਹਦੇ ਵਿੱਚ ਸਬਜੈਕਟ ਕੀ ਨੇ, ਕਿਆ ਤੁਹਾਨੂੰ ਉਸ ਚੀਜ਼ ਦਾ ਫਾਇਦਾ ਹੋਏਗਾ ਇੰਡੀਆ ਵਾਪਸ ਆ ਕੇ ਕਿ ਨਹੀਂ ਹੋਏਗਾ। ਫਿਰ ਉੱਥੇ ਇਲੂਮਿਨੀ ਕਿੰਨੀ ਹੈ, ਮਤਲਬ ਇਲੂਮਿਨੀ ਮਤਲਬ ਮੈਂ ਦੱਸਿਆ ਸੀ ਪਹਿਲਾਂ ਕਿ ਉੱਥੇ ਕਿੰਨੇ ਜਿਹੜੇ ਸਟੂਡੈਂਟਸ ਇਹਨਾਂ ਨੂੰ ਕੰਮ ਮਿਲਿਆ, ਜੌਬ ਮਿਲੀ ਹੈ, ਇਹ ਵੀ ਦੇਖਣਾ ਪਏਗਾ। ਸੋ ਜਦੋਂ ਤੁਸੀਂ ਆਪਣਾ ਐਸਓਪੀ ਖੁਦ ਤਿਆਰ ਕਰਦੇ ਹੋ ਕਿ ਮੈਂ ਇਸ ਕਾਲਜ ਦੇ ਵਿੱਚ ਜਾਂ ਇਸ ਕੰਟਰੀ ਵਿੱਚ ਇਸ ਕਾਲਜ ਵਿੱਚ ਇਹ ਕੋਰਸ ਲੈ ਕੇ ਇਹ ਤਾਂ ਜਾ ਰਿਹਾ ਕਿਉਂਕਿ ਮੈਂ ਜਦੋਂ ਆਪਣੀ ਹੋਮ ਕੰਟਰੀ ਵਾਪਸ ਆਵਾਂਗਾ ਤਾਂ ਮੇਰਾ ਇਹ ਪਲਾਨ ਹੈ ਕਿ ਇੱਥੇ ਆ ਕੇ ਮੈਂ ਆਪਣਾ ਕੰਮ ਕਰਾਂਗਾ। ਹਾਂ, ਉਹ ਬਾਅਦ ਦੀ ਗੱਲਾਂ ਨੇ ਕਿ ਤੁਸੀਂ ਉੱਥੇ ਸੈਟਲਮੈਂਟ ਕਰਦੇ ਹੋ ਨਹੀਂ ਕਰਦੇ ਹੋ, ਬਾਅਦ ਦੀ ਗੱਲਾਂ ਹੁੰਦੀਆਂ ਨੇ ਕਿ ਤੁਸੀਂ ਉੱਥੇ ਵਰਕ ਪਰਮਿਟ ਲੈਂਦੇ ਹੋ, ਪੀਆਰ ਲੈਂਦੇ ਹੋ। ਉਹ ਤਾਂ ਖੈਰ ਤੁਹਾਡੇ ਪੜ੍ਹਨ ਤੇ ਡਿਪੈਂਡ ਕਰਦਾ ਕਿ ਤੁਸੀਂ ਉੱਥੇ ਅੱਛੀ ਸਟੱਡੀ ਕਰਦੇ ਹੋ ਤਾਂ ਨੈਚੁਰਲੀ ਕਿ ਤੁਸੀਂ ਉੱਥੇ ਜੋ ਕਾਨੂੰਨ ਦੇ ਮੁਤਾਬਕ ਹੈ ਉਹ ਕੰਮ ਵੀ ਕਰ ਸਕਦੇ ਹੋ, ਰੈਜ਼ੀਡੈਂਸੀ ਵੀ ਲੈ ਸਕਦੇ ਹੋ, ਸਿਟੀਜ਼ਨਸ਼ਿਪ ਵੀ ਲੈ ਸਕਦੇ ਹੋ। ਉਹ ਤਾਂ ਇੱਕ ਸਰਕਾਰ ਦੇ ਜੋ ਨਿਯਮ ਕਾਇਦੇ ਕਾਨੂੰਨ ਨੇ ਤੁਸੀਂ ਉਹਨਾਂ ਦੇ ਮੁਤਾਬਕ ਚੱਲਦੇ ਹੋ। ਸੋ ਆਪਣਾ ਸਟੇਟਮੈਂਟ ਆਫ ਜਿਹੜਾ ਪਰਪਸ ਹੈ ਉਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਤੁਹਾਨੂੰ ਵੈਸੇ ਵੀ ਵੀਜ਼ਾ ਅਫਸਰ ਫੋਨ ਕਰ ਸਕਦਾ ਕਿ ਤੁਹਾਡਾ ਪਰਪਸ ਕਿਸੇ ਜਾਣਦਾ, ਤੁਸੀਂ ਕਿਹੜੇ ਕਾਲਜ ਕਿਹੜੇ ਕੋਰਸ ਲੈ ਕੇ ਜਾ ਰਹੇ ਹੋ ਔਰ ਤੁਹਾਨੂੰ ਪਤਾ ਹੀ ਨਾ ਹੋਵੇ। ਤੋ ਇਹ ਚੀਜ਼ਾਂ ਵੀ ਰਿਫਿਊਜ਼ਲ ਦਾ ਕਾਰਨ ਬਣਦਾ। ਚਾਹੇ ਤੁਹਾਡੇ 8 ਬੈਂਡ ਵੀ ਹੋਣ ਤਾਂ ਵੀ ਵੀਜ਼ਾ ਰਿਫਿਊਜ਼ ਹੋ ਸਕਦਾ ਜੇ ਤੁਹਾਡਾ ਸਟੇਟਮੈਂਟ ਆਫ ਪਰਪਸ ਕਲੀਅਰ ਨਾ ਹੋਵੇ ਜਾਂ ਰੈਲੇਵੈਂਸੀ ਜਿਹੜੀ ਹੈਗੀ ਹੈ ਸਬਜੈਕਟ ਦੀ ਉਹ ਕਲੀਅਰ ਨਾ ਹੋਵੇ। ਨੈਕਸਟ ਗੱਲ ਆਉਂਦੀ ਹੈ ਕਿ ਤੁਸੀਂ ਜਿਹੜਾ ਕੋਈ ਮੰਨ ਲਓ ਸਟੂਡੈਂਟ ਗ੍ਰੈਜੂਏਸ਼ਨ ਕੀਤੀ ਹੋਈ ਆ, ਉਹਨੇ ਮਾਸਟਰ ਲਈ ਜਾਣਾ ਜਾਂ ਪੀਜੀ ਕੋਰਸ ਲਈ ਜਾਣਾ। 2016 ਚ ਜਾਂ 15 ਵਿੱਚ ਕਿਸੇ ਨੇ ਕੀਤੀ ਗ੍ਰੈਜੂਏਸ਼ਨ, 2019 ਜਾਂ 20 ਚ ਅਪਲਾਈ ਕੀਤਾ, 3 ਸਾਲ 4 ਸਾਲ ਦਾ ਜਾਂ 2 ਸਾਲ ਦਾ ਗੈਪ ਜਸਟੀਫਾਈ ਨਹੀਂ ਕੀਤਾ, ਦੱਸੇ ਹੀ ਨਹੀਂ ਕਿ ਮੈਂ ਇਹ 2 3 4 ਸਾਲ ਕੀ ਕਰਦਾ ਰਿਹਾ ਵਾਂ। ਤਾਂ ਜਦੋਂ ਗੈਪ ਜਸਟੀਫਾਈ ਆਪਾਂ ਨਹੀਂ ਕਰ ਸਕਦੇ ਤਾਂ ਵੀਜ਼ਾ ਨਹੀਂ ਮਿਲਦਾ, ਕਿਉਂਕਿ ਉਹ ਇਹ ਸੋਚਦੇ ਨੇ ਕਿ ਜੇ ਤੁਸੀਂ ਆਪਣੇ ਹਿੰਦੁਸਤਾਨ ਆਪਣੇ ਹੋਮ ਕੰਟਰੀ ਦੇ ਵਿੱਚ ਕੋਈ ਅੱਛਾ ਕੰਮ ਨਹੀਂ ਕਰ ਸਕੇ ਤਾਂ ਸਾਡੀ ਕੰਟਰੀ ਦੇ ਵਿੱਚ ਕਿਉਂ ਆਉਣਾ ਚਾਹੁੰਦੇ ਹੋ। ਸਿਰਫ ਤੁਸੀਂ ਉੱਥੇ ਕੰਮ ਕਰਦੇ ਲਈ ਹੀ ਵੀਜ਼ਾ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਸਟੱਡੀ ਵੀਜ਼ਾ ਦਾ ਤੁਹਾਡਾ ਪਰਪਸ ਨਹੀਂ ਹੈ। ਇਸ ਲਈ ਜਿਹੜਾ ਤੁਹਾਡਾ ਵੀਜ਼ਾ ਹੈ ਇਹ ਰਿਫਿਊਜ਼ ਹੋ ਜਾਂਦਾ ਹੈ। ਉਸ ਤੋਂ ਜੇ ਮੈਂ ਗੱਲ ਕਰਾਂ ਕਿ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਉੱਥੇ ਆਪਣੇ ਫੰਡ ਨਹੀਂ ਸ਼ੋ ਕਰ ਪਾਉਂਦੇ। ਹੁਣ ਜੇ ਸਪੋਜ਼ ਇੱਕ GIC ਹੈ, $10,200 ਕੈਨੇਡੀਅਨ ਡਾਲਰ ਆਪਾਂ ਨੂੰ ਪੇ ਕਰਨੇ ਹੁੰਦੇ ਨੇ, ਜਾਂ ਤੁਸੀਂ ਜਿਹੜੀ ਪ੍ਰੋਪਰ ਫੀਸ ਜਮ੍ਹਾਂ ਕਰਾਣੀ ਹੈ SDS ਦੇ ਅੰਡਰ 1 ਸਾਲ ਦੀ, ਕਈ ਜਿਹੜੇ ਕੰਸਲਟੈਂਟ ਨੇ ਉਹ ਹਾਫ ਈਅਰਲੀ ਫੀਸ ਜਮ੍ਹਾਂ ਕਰਾ ਦਿੰਦੇ ਨੇ, ਤਾਂ ਉਹਦੇ ਕਾਰਨ ਵੀ ਵੀਜ਼ਾ ਰਿਫਿਊਜ਼। ਉਹ ਤਾਂ ਨੌਨ SDS ਦੀ ਕੈਟਾਗਰੀ 'ਚ ਆ ਗਿਆ। ਫਾਰਮ ਭਰਿਆ ਸੀ SDS ਦਾ, ਆ ਗਿਆ ਨੌਨ SDS ਤੇ ਉਹ ਵੀਜ਼ਾ ਰਿਫਿਊਜ਼ ਹੋ ਗਿਆ। ਤਾਂ ਇਹ ਜਿਹੜੀ ਛੋਟੀ ਛੋਟੀ ਗੱਲਾਂ ਨੇ ਇਹਦੇ ਨਾਲ ਵੀ ਤੁਹਾਡਾ ਨੁਕਸਾਨ ਜਿਹੜਾ ਹੈ ਇਹ ਬਹੁਤ ਜ਼ਬਰਦਸਤ ਹੁੰਦਾ ਹੈ। ਫਿਰ ਕੋਈ ਵੀਜ਼ਾ ਰਿਫਿਊਜ਼ ਹੋਇਆ ਹੈ ਕਿਸੇ ਵੀ ਕੰਟਰੀ ਦਾ, ਅਸੀਂ ਡਿਸਕਲੋਜ਼ ਨਹੀਂ ਕਰਦੇ। ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਕਿ ਵਿਜ਼ਟਰ ਵੀਜ਼ਾ ਦੇ ਵਿੱਚ ਵੀ ਆਪਾਂ ਡਿਸਕਲੋਜ਼ ਨਹੀਂ ਕਰਦੇ ਔਰ ਸਟੱਡੀ ਵੀਜ਼ਾ ਵਿੱਚ ਵੀ ਆਪਾਂ ਡਿਸਕਲੋਜ਼ ਨਹੀਂ ਕਰਦੇ। ਇਹ ਸਭ ਤੋਂ ਵੱਡੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਨੂੰ। ਔਰ ਜਿਹੜੇ ਸਟੂਡੈਂਟ ਆਪਣੇ ਸਪਾਊਸ ਵੀਜ਼ੇ ਨਾਲ, ਦੇਖੋ ਮੈਕਸਿਮਮ ਜਿਹੜੀ ਰਿਫਿਊਜ਼ਲ ਆਉਂਦੀਆਂ ਨੇ ਸਪਾਊਸ ਵੀਜ਼ਾ ਆਉਂਦੀਆਂ ਨੇ। ਸਪਾਊਸ ਵਿੱਚ ਮੇਜਰ 2 ਪ੍ਰੋਬਲਮਾਂ ਕਿਹੜੀਆਂ ਨੇ? ਸਭ ਤੋਂ ਪਹਿਲੀ ਪ੍ਰੋਬਲਮ ਏਜ ਡਿਫਰੈਂਸ। ਲੜਕੀ ਮੰਨ ਲਓ ਕਿ 18 ਸਾਲ ਦੀ ਹੈ, ਲੜਕਾ 28 ਸਾਲ ਦਾ ਹੈ। ਲੜਕੀ ਨੇ +2 ਕੀਤੀ ਔਰ 7 ਬੈਂਡ ਲੈ ਲਏ, ਵੀਜ਼ਾ ਰਿਫਿਊਜ਼ ਹੋ ਜਾਂਦਾ। ਕਿਉਂ? ਕਿਉਂਕਿ ਏਜ ਡਿਫਰੈਂਸ ਜ਼ਿਆਦਾ ਹੋ ਗਿਆ। ਮੰਨ ਲਓ ਕਿ ਉਲਟਾ ਕਰ ਲਓ ਕਿ ਲੜਕਾ ਜਿਹੜਾ ਹੈ ਉਹ +2 ਪੜ੍ਹਿਆ ਹੋਇਆ ਔਰ ਲੜਕੀ ਜਿਹੜੀ ਹੈ ਉਹ PG ਦੇ ਕੋਰਸ ਜਾ ਰਹੀ ਹੈ, ਤਾਂ ਦੋਨਾਂ ਦੀ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਡਿਫਰੈਂਸ ਹੁੰਦਾ। ਕਈ ਜਿਹੜੀਆਂ ਕੰਟਰੀਜ਼ ਨੇ ਉਹ ਤਾਂ ਇਹ ਕਹਿੰਦੀਆਂ ਨੇ ਕਿ ਸਪਾਊਸ ਵੀਜ਼ਾ ਤਾਂ ਦਿਆਂਗੇ ਕਿ ਜਿਹੜਾ ਤੁਹਾਡਾ ਸਪਾਊਸ ਹੈ, ਜਿਹੜਾ ਪਿੱਛੋਂ ਜਾਣਾ ਕਿਸੇ ਨੇ, ਤਾਂ ਉਹ ਐਟਲੀਸਟ ਗ੍ਰੈਜੂਏਟ ਹੋਵੇ, ਉਹਨੇ ਲੈਵਲ 7 ਦੀ ਸਟੱਡੀ ਕੀਤੀ ਹੋਵੇ। ਅਦਰਵਾਈਜ਼ ਵੀਜ਼ਾ ਲੱਗਣ ਦੇ ਵਿੱਚ ਬਹੁਤ ਰੇਅਰ ਚਾਂਸ ਹੁੰਦੇ ਨੇ। ਹਾਂ, ਵੀਜ਼ਾ ਲੱਗ ਜਾਂਦੇ ਨੇ ਬਟ ਡਸ ਨਾਟ ਮੀਨ ਕਿ ਵੀ ਕੈਨ ਬੀ ਟੇਕਨ ਐਜ਼ ਅ ਗਰੰਟੀ ਕਿ ਇਹ ਵੀਜ਼ਾ ਲੱਗ ਜਾਏਗਾ। ਵੀ ਕੈਨ ਟੇਕ ਦਾ ਗਰੰਟੀ।
ਸਹੀ ਤਰੀਕੇ ਨਾਲ ਜਦੋਂ ਆਪਾਂ ਪ੍ਰੋਫਾਈਲ ਪੇਸ਼ ਕਰਦੇ ਹਾਂ ਤਾਂ ਵੀਜ਼ਾਸ ਰਿਫਿਊਜ਼ਲ ਦੇ ਚਾਂਸ ਘੱਟ ਜਾਂਦੇ ਨੇ। ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀਜ਼ਾ ਲੱਗਣਾ ਹੀ ਲੱਗਣਾ। ਅਸੀਂ ਅਪਲਾਈ ਕਰਦੇ ਹਾਂ, ਕੋਈ ਵੀ ਕੰਸਲਟੈਂਟ ਆਪਣੇ ਵੱਲੋਂ ਵੀਜ਼ਾ ਲਗਾਉਣ ਦੇ ਲਈ ਅਪਲਾਈ ਕਰਦਾ ਹੈ। ਕੋਈ ਵੀ ਵਕੀਲ ਕੇਸ ਜਿੱਤਣ ਦੇ ਲਈ ਹੀ ਮੈਦਾਨ ਦੇ ਵਿੱਚ ਆਉਂਦਾ ਹੈ। ਕੋਈ ਕੰਸਲਟੈਂਟ ਨਹੀਂ ਚਾਹੁੰਦਾ ਕਿ ਉਹਦਾ ਵੀਜ਼ਾ ਰਿਫਿਊਜ਼ ਹੋਏ, ਕਿਉਂਕਿ ਉਹਦਾ ਵੀਜ਼ਾ ਲੱਗੇਗਾ, ਉਹਦਾ ਨਾਮ, ਉਹਦਾ ਨੇਮ ਫੇਮ ਬਣੇਗਾ, ਪੈਸਾ ਆਏਗਾ। ਤੋ ਹਾਂ, ਜਿਹੜਾ ਕੰਸਲਟੈਂਟ ਗਰਾਊਂਡ ਰੂਟ ਤੇ ਆ ਕੇ ਮਿਹਨਤ ਨਹੀਂ ਕਰਦਾ, ਅਪਡੇਟਸ ਨਹੀਂ ਲੈਂਦਾ, ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਕੰਸਲਟੈਂਟ ਨੇ ਪਹਿਲਾਂ ਕਿੰਨੇ ਵੀਜ਼ਾ ਲਗਾਏ ਨੇ, ਉਹਨਾਂ ਨੂੰ ਉਸ ਕੰਟਰੀ ਦੀ ਕਿੰਨੀ ਪਕੜ ਹੈ। ਤੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਸਪਾਊਸ ਵੀਜ਼ਾ ਦੇ ਵਿੱਚ ਇੱਕ ਹੋਰ ਵੀ ਕਾਰਨ ਹੈ ਵੀਜ਼ਾ ਰਿਫਿਊਜ਼ ਹੁੰਦਾ ਕਿ ਆਪਾਂ ਕੰਟਰੈਕਟ ਮੈਰਿਜ ਕਰ ਲੈਂਦੇ ਆ, ਆਪਣੇ ਪ੍ਰੋਪਰ ਆਪਾਂ ਜਿਹੜੇ ਡਾਕੂਮੈਂਟਸ ਨੇ ਉਹ ਨਹੀਂ ਅੰਬੈਸੀ ਨੂੰ ਪੇਸ਼ ਕਰਦੇ। ਤੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਤੋ ਆਪਣੇ ਡਾਕੂਮੈਂਟ ਓਰੀਜਨਲ ਰੱਖੋ, ਸਹੀ ਰੱਖੋ, ਕੋਈ ਫੇਕ ਡਾਕੂਮੈਂਟ ਨਾ ਲਗਾਓ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਮ ਤੌਰ ਤੇ ਹੁੰਦਾ ਕੀ ਹੈ ਕਿ ਮੰਨ ਲਓ ਇੱਕ ਸਟੂਡੈਂਟ ਹੈ, ਉਹਨੇ 2012 ਦੇ ਵਿੱਚ ਮੰਨ ਲਓ +2 ਕੀਤੀ, 2020 ਆ ਗਿਆ, ਹੁਣ 8 ਸਾਲ ਦਾ ਗੈਪ ਹੈ। ਜਾਂ ਤਾਂ ਕੰਸਲਟੈਂਟ ਨੂੰ ਸਮਝਾਉਂਦਾ ਜਾਂ ਕੰਸਲਟੈਂਟ ਉਹਨੂੰ ਸਮਝਾਉਂਦਾ ਕਿ ਇਸ ਤਰ੍ਹਾਂ ਕਰ ਬੇਟਾ ਕਿ ਤੂੰ 3 ਸਾਲ ਦੀ ਡਿਗਰੀ ਬਣਾ ਲੈ, ਤੇਰਾ BA ਹੋ ਗਿਆ ਜਾਂ BA BCom BSc ਹੋ ਗਈ, ਤੂੰ 2015 ਤੇ ਪਹੁੰਚ ਗਿਆ, ਅੱਗੋਂ 5 ਸਾਲ ਤੇਰਾ ਐਕਸਪੀਰੀਅੰਸ ਸਰਟੀਫਿਕੇਟ ਬਣਾ ਕੇ ਤੂੰ ਆਪਣਾ ਵੀਜ਼ਾ ਲੈ। ਤੋ ਇਹ ਬਹੁਤ ਵੱਡੀ ਗਲਤੀ ਕਰਦੇ ਆ ਆਪਾਂ। ਬਹੁਤ ਸਟੂਡੈਂਟ ਜਾਂ ਕਲਾਇੰਟ ਇਸ ਚੀਜ਼ ਦੇ ਵਿੱਚ ਹੀ ਰਹਿੰਦੇ ਨੇ ਕਿ ਗੈਪ ਨੂੰ ਕਵਰ ਕਰਨ ਲਈ ਕੰਪਿਊਟਰ ਸਰਟੀਫਿਕੇਟ ਬਣਾਤੇ 2-2 ਸਾਲ ਦੇ। ਵੈਰੀ ਰੋਂਗ। ਇਹ ਐਕਟ ਬਹੁਤ ਗਲਤ ਹੁੰਦਾ। ਔਰ ਜਾਂ ਫਿਰ ਐਕਸਪੀਰੀਅੰਸ ਸਰਟੀਫਿਕੇਟ ਐਸਾ ਬਣਵਾਤਾ ਜਿਹਦੇ ਵਿੱਚ ਜੋ ਸਟੱਡੀ ਕੀਤੀ ਹੈ ਉਹਦੇ ਨਾਲ ਕੋਈ ਲਿੰਕ ਹੀ ਨਹੀਂ ਹੈ। ਉਹ ਸਭ ਤੋਂ ਵੱਡੀ ਗੱਲ। ਜਦੋਂ ਅਸੀਂ ਇੱਕ ਫਾਈਲ ਅਪਲਾਈ ਕਰਦੇ ਹਾਂ ਔਰ ਰਿਫਿਊਜ਼ਲ ਆਉਂਦੀ ਹੈ, ਉਹਦਾ ਬੇਸਿਕ ਰੀਜ਼ਨ ਹੁੰਦਾ ਹੈ ਕਿ ਤੁਸੀਂ ਉਹ ਕੋਰਸ ਚੂਜ਼ ਕਰ ਲਿਆ ਜਿਹੜਾ ਕਿ ਇੰਡੀਆ ਵਿੱਚ ਵਾਪਸ ਆਉਣ ਤੇ ਉਹਦੀ ਹੋ ਸਕਦਾ ਕਿ ਉਹਦੀ ਵੈਲਿਊ ਨਾ ਹੋਵੇ। तो चाहे 7.5 ਬੈਂਡ ਹੈ, 7 ਬੈਂਡ ਨੇ, तो ਵੀਜ਼ਾ ਰਿਫਿਊਜ਼ਲ ਦੇ ਚਾਂਸਿਸ ਵੱਧ ਜਾਂਦੇ ਨੇ। ਸੋ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਪਿਛਲੇ 15-20 ਮਿੰਟ ਦੇ ਵਿੱਚ ਕਿ ਸਟੱਡੀ ਵੀਜ਼ਾ ਦੇ ਜਿਹੜੇ ਰਿਫਿਊਜ਼ਲ ਦੇ ਕੀ ਕਾਰਨ ਨੇ ਔਰ ਸੋਲੂਸ਼ਨ ਕੀ ਹੈ। ਸਭ ਦਾ ਇੱਕੋ ਹੀ ਸੋਲੂਸ਼ਨ ਹੈ, ਓਨੈਸਟੀ, ਈਮਾਨਦਾਰੀ, ਸਹੀ ਡਾਕੂਮੈਂਟ ਜੋ ਹੈ ਉਹ ਪੇਸ਼ ਕਰੋ। ਜੋ ਤੁਹਾਨੂੰ ਕੰਸਲਟੈਂਟ, ਇੱਕ ਸਹੀ ਕੰਸਲਟੈਂਟ ਜੇ ਸਪੋਜ਼ ਉਹ ਕਹਿੰਦਾ ਕਿ ਤੁਸੀਂ ਜੇ 2 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੈ ਪ੍ਰੋਡਿਊਸ ਕਰੋ ਆਪਣਾ ਜਿਹੜਾ ਐਕਸਪੀਰੀਅੰਸ ਹੈ, ਤੇ ਅਸੀਂ ਕਹਿੰਦੇ ਸਰ ਸਾਡੇ ਕੋਲ 2 ਸਾਲ ਐਕਸਪੀਰੀਅੰਸ ਹੈ ਨਹੀਂ, ਅਸੀਂ ਬਣਵਾ ਲਈਏ। ਜਾਂ ਕੰਸਲਟੈਂਟ ਤੁਹਾਨੂੰ ਕਹਿੰਦਾ ਕਿ 2-3 ਸਾਲ ਦਾ ਐਕਸਪੀਰੀਅੰਸ ਬਣਵਾ ਲਓ। ਇਹ ਕੋਈ ਬਹੁਤ ਵਧੀਆ ਪ੍ਰੈਕਟਿਸ ਨਹੀਂ ਹੁੰਦੀ। ਔਰ ਜਦੋਂ ਉਹ ਉਸ ਡਾਕੂਮੈਂਟ ਦੇ ਬੇਸਿਸ ਤੇ ਜੇ ਵੀਜ਼ਾ ਰਿਫਿਊਜ਼ ਹੁੰਦਾ ਤੇ ਸਾਰੀ ਗਾਜ ਫਿਰ ਕੰਸਲਟੈਂਟ ਤੇ ਗਿਰਦੀ ਹੈ। ਜਾਂ ਕੰਸਲਟੈਂਟ ਵੀ ਸਿਆਣੇ ਨੇ, ਉਹ ਵੀ ਲਿਖਾ ਲੈਂਦੇ ਪਹਿਲਾਂ ਕਿ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਚੀਜ਼ ਦੇ ਵਿੱਚ। ਸਿਰਫ ਆਪਣੇ 25-30-40-50 ਹਜ਼ਾਰ ਰੁਪਏ ਲੈਣ ਦੇ ਲਈ ਆਪਾਂ ਸਟੂਡੈਂਟ ਦਾ ਜਿਹੜਾ ਫਿਊਚਰ ਹੈ ਉਹ ਖਰਾਬ ਕਰਦੇ ਹਾਂ, ਜਿਹੜਾ ਕਿ ਇੱਕ ਵਧੀਆ ਪ੍ਰੈਕਟਿਸ 'ਚ ਨਹੀਂ ਆਉਂਦਾ। ਸੋ ਜਿਹੜੇ ਚੰਗੇ ਕੰਸਲਟੈਂਟ ਨੇ, ਦੇਖੋ ਲੁਧਿਆਣੇ ਦੇ ਵਿੱਚ ਆਲਮੋਸਟ 1000 ਦੇ ਕਰੀਬ ਕੰਸਲਟੈਂਟ ਹੈ ਔਰ ਪੰਜਾਬ ਦੇ ਵਿੱਚ ਵੀ 10,000 ਕੰਸਲਟੈਂਟ ਹੈ ਜਿਹੜੇ ਕਿ ਸਰਕਾਰ ਤੋਂ ਮਨਜ਼ੂਰਸ਼ੁਦਾ ਨੇ। ਉਹਨਾਂ ਵਿੱਚੋਂ ਮੈਕਸਿਮਮ ਕੰਸਲਟੈਂਟ ਚੰਗੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਸਾਰੇ ਆਪਣਾ ਘਰ ਚਲਾਉਂਦੇ ਨੇ ਔਰ ਈਵਨ ਜਿਹੜੇ ਸਟਾਫ ਹੈ ਉਹਨਾਂ ਦਾ ਵੀ ਘਰ ਚੱਲਦਾ। ਤਾਂ ਕਿਉਂ ਨਾ ਜਿਹੜਾ ਨੈਗੇਟਿਵ ਦਿਮਾਗ ਲਗਾਉਣ ਦੇ ਲਈ ਜੋ ਆਪਾਂ ਦਿਮਾਗ ਯੂਜ਼ ਕਰਦੇ ਹਾਂ ਨੈਗੇਟਿਵ ਥਾਟ ਦੇ ਲਈ, ਜੇ ਆਪਾਂ ਉਹ ਪੋਜ਼ਿਟਿਵ ਚੀਜ਼ਾਂ ਦੇ ਲਈ ਕਰੀਏ ਤਾਂ ਮੇਰੇ ਖਿਆਲ ਨਾਲ ਅਸੀਂ ਅੱਧੀ એનર્ਜੀ ਦੇ ਵਿੱਚ, ਹਾਫ એનર્ਜੀ ਦੇ ਵਿੱਚ ਆਪਾਂ ਵਧੀਆ ਕੰਮ ਕਰ ਸਕਦੇ ਹਾਂ। ਔਰ ਪ੍ਰਮਾਤਮਾ, ਅੱਲਾ, ਈਸ਼ਵਰ, ਵਾਹਿਗੁਰੂ ਵੀ ਸਾਡੇ ਨਾਲ, ਉਸ ਕੰਸਲਟੈਂਟ ਨਾਲ, ਉਸ ਸਟੂਡੈਂਟ ਨਾਲ ਜਾਂ ਉਸ ਕਲਾਇੰਟ ਦੇ ਨਾਲ ਤੁਰਦਾ, ਜਿਹੜੇ ਕਿ ਇਮਾਨਦਾਰੀ ਦੇ ਨਾਲ ਸਹੀ ਤਰੀਕੇ ਨਾਲ ਜਿਹੜਾ ਡਾਕੂਮੈਂਟ ਹੈ ਉਹ ਪ੍ਰੋਡਿਊਸ ਕਰਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਆਪਾਂ ਨੂੰ ਸਮਝਣੇ ਪੈਣਗੀਆਂ ਕਿ ਅੱਜ ਜੇ ਮੰਨ ਲਓ ਕਿਸੇ ਕੰਸਲਟੈਂਟ ਨੇ ਕੋਈ ਜਾਲੀ ਸਰਟੀਫਿਕੇਟ ਲਗਾ ਕੇ, ਫੇਕ ਡਾਕੂਮੈਂਟ ਲਗਾ ਕੇ ਜੇ ਵੀਜ਼ਾ ਲਗਾਤਾ ਔਰ ਅਖਬਾਰ 'ਚ ਦੇਤਾ ਕਿ ਲੈ ਵੀ ਅਸੀਂ +2 ਵਾਲਿਆਂ ਦਾ ਵੀ ਵੀਜ਼ਾ ਲਵਾਇਆ, ਤਾਂ ਇਹ ਦੂਸਰੇ ਨੂੰ ਲਿਓਰ ਕਰਨ ਦੀ ਗੱਲ ਹੁੰਦੀ ਹੈ। ਉਹ ਦੁਕਾਨਦਾਰੀ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲਦੀ। ਸੋ ਰਿਕੁਐਸਟ ਹੀ ਹੁੰਦੀ ਹੈ, ਮੇਰੇ ਜਿਹੜੇ ਕੰਸਲਟੈਂਟ ਲੌਬੀ ਦੇ ਮੇਰੇ ਫਰੈਂਡਸ ਨੇ, ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ ਔਰ ਬਹੁਤ ਇੰਟੈਲੀਜੈਂਟ ਨੇ, ਬਹੁਤ ਐਕਸਪੀਰੀਅੰਸ ਨੇ, ਸਾਡੇ ਤੋਂ ਤਾਂ ਬਹੁਤ ਜ਼ਿਆਦਾ ਐਕਸਪੀਰੀਅੰਸ ਨੇ। ਤਾਂ ਅਸੀਂ ਲੋਕਾਂ ਦੀ ਭਲਾਈ ਲਈ ਕੰਮ ਕਰੀਏ। ਦੇਖੋ ਪੈਸਾ ਤਾਂ ਕਮਾਣਾ ਹੀ ਹੈ, ਅਸੀਂ ਜੇ ਸੱਚ ਬੋਲ ਕੇ ਸਹੀ ਤਰੀਕੇ ਨਾਲ ਪੈਸਾ ਕਮਾਵਾਂਗੇ ਉਹਦੀ ਵੈਲਿਊ ਜ਼ਿਆਦਾ ਪੈਂਦੀ ਹੈ। ਉਹ ਪ੍ਰਮਾਤਮਾ ਵੀ, ਅੱਲਾ, ਈਸ਼ਵਰ, ਵਾਹਿਗੁਰੂ ਵੀ ਸਾਡੇ ਨਾਲ ਆ ਕੇ ਸਾਡੀ ਹੈਲਪ ਕਰਦਾ ਹੈ। ਤਾਂ ਕਿਸੇ ਨੂੰ ਵੀ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ। ਸੋ ਗੱਲ ਇਹ ਕਰ ਰਹੇ ਸੀ ਕਿ ਵਿਜ਼ਟਰ ਵੀਜ਼ਾ ਔਰ ਸਟੱਡੀ ਵੀਜ਼ਾ ਦੀਆਂ ਰਿਫਿਊਜ਼ਲਸ ਆ। ਹਿਤੇਸ਼ ਅਹੂਜਾ ਜੀ ਨਾਲ ਨੇ, ਬਹੁਤ ਬਹੁਤ ਸਵਾਗਤ ਤੁਹਾਡਾ। ਪੂਨਮ ਅਨੰਦ ਜੀ ਨਾਲ ਨੇ। तो थैंक यू सो मच कि तुसीं इस मंच ते आके मेरा ਜਿਹੜਾ ਭਵਿੱਖ ਵਾਲਾ ਆਪਾਂ ਚੈਨਲ ਸ਼ੁਰੂ ਕੀਤਾ ਹੈ ਕਿ ਉਹਦੇ ਵਿੱਚ ਤੁਸੀਂ ਆ ਕੇ ਇਸ ਚੀਜ਼ ਦਾ ਤੁਸੀਂ ਆਸ਼ੀਰਵਾਦ ਦਿੰਦੇ ਹੋ। ਸੋ ਇਹਦੇ ਵਿੱਚ ਤੁਹਾਡਾ ਸਾਰਾ ਦਾ ਕੰਟਰੀਬਿਊਸ਼ਨ ਹੈ।
ਜਿਹੜਾ ਸਾਡਾ ਭਵਿੱਖ ਹੈ ਉਹ ਜਿਹੜਾ ਵਿਦੇਸ਼ ਵਿੱਚ ਬਣਨਾ ਹੈ ਉਹਦੇ ਵਿੱਚ ਸਾਰੇ ਤੁਸੀਂ ਨਾਲ ਹੀ ਇਸ ਹਵਨ ਦੇ ਵਿੱਚ ਤੁਹਾਡੀ ਆਹੂਤੀ ਹੈ। ਸੋ ਬਹੁਤ ਬਹੁਤ ਸਵਾਗਤ ਹੈ, ਤੁਸੀਂ ਸਾਰੇ ਪਿਆਰ ਕਰਦੇ ਹੋ। ਪਿਛਲੀ ਜਿਹੜੀ ਵੀਡੀਓ ਸੀ ਉਹਦਾ ਵੀ ਬਹੁਤ ਤੁਸੀਂ ਲਾਈਕ ਦਿੱਤੀਆਂ ਨੇ, ਔਰ ਮੇਰਾ ਭਵਿੱਖ ਵਿਦੇਸ਼ ਵਿੱਚ ਜਿਹੜਾ ਅਸੀਂ ਚੈਨਲ ਇਹ ਸ਼ੁਰੂ ਕੀਤਾ ਹੈ, ਇਹਦੇ ਵਿੱਚ ਸਭ ਦਾ ਫਾਇਦਾ ਹੋਵੇ, ਸਭ ਨੂੰ ਉਸ ਕੰਟਰੀ ਦੇ ਵਿੱਚ ਜਿਹੜੀ ਕੰਟਰੀ ਉਹਨਾਂ ਨੂੰ ਚਾਹੀਦੀ ਹੈ ਉਸ ਕੰਟਰੀ ਚਲੇ ਜਾਣ, ਫਿਰ ਤਾਂ ਬਹੁਤ ਹੀ ਮਜ਼ੇ ਦੀ ਗੱਲ ਹੁੰਦੀ ਹੈ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਕਿ ਜੇ ਸਪੋਜ਼ ਥੋੜਾ ਰਿਫਿਊਜ਼ਲ ਆਉਂਦੀ ਵੀ ਹੈ ਤਾਂ ਸਾਡੇ ਕੋਲ ਕੈਨੇਡਾ ਦੀ ਸਰਕਾਰ ਨੇ ਜਾਂ ਅਲੱਗ-ਅਲੱਗ ਮੁਲਕਾਂ ਦੀ ਸਰਕਾਰਾਂ ਨੇ, ਉਹਨਾਂ ਨੇ ਸਾਨੂੰ ਤਰੀਕਾ ਦੱਸਿਆ ਹੈ ਕਿ ਤੁਸੀਂ ਆਪਣੀਆਂ ਗਲਤੀਆਂ ਜਿਹੜੀਆਂ ਤੁਸੀਂ ਕੀਤੀਆਂ ਨੇ ਉਹ ਤੁਹਾਨੂੰ ਅਸੀਂ ਰਿਟਨ 'ਚ ਦੇ ਦਿਆਂਗੇ। ਰਿਟਨ ਦੇ ਦਿਆਂਗੇ ਮਤਲਬ ਕੈਨੇਡਾ ਦੇ ਵਿੱਚ ਕੇਪਸ ਨੋਟਸ, ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਕਿ CAIPS ਜਿਹਨੂੰ ਆਪਾਂ ਕੰਪਿਊਟਰ ਅਸਿਸਟਡ ਇਮੀਗ੍ਰੇਸ਼ਨ ਪ੍ਰੋਸੈਸਿੰਗ ਸਿਸਟਮ ਕਹਿੰਦੇ ਆ, ਇਹਦੀ ਕੋਈ ਫੀਸ ਬਹੁਤ ਜ਼ਿਆਦਾ ਨਹੀਂ ਹੁੰਦੀ। ਤੁਸੀਂ ਘਰ ਬੈਠ ਕੇ ਵੀ ਜੇ ਸਪੋਜ਼ ਤੁਹਾਡਾ ਰਿਫਿਊਜ਼ਲ ਆਇਆ ਹੈ ਤੇ ਉਹਦੇ ਡਾਕੂਮੈਂਟਰੀ ਪ੍ਰੂਫ ਲੈ ਸਕਦੇ ਹੋ। ਤੁਹਾਨੂੰ ਕੈਨੇਡਾ ਦੀ ਸਰਕਾਰ ਵੈਲਕਮ ਕਰਦੀ ਹੈ ਕਿ ਤੁਸੀਂ ਕੇਪਸ ਨੋਟ ਕਢਵਾਓ, ਤੁਹਾਡੇ ਕੀ ਗਲਤੀਆਂ ਨੇ ਉਹ ਦੇਖੋ, ਉਸ ਤੋਂ ਬਾਅਦ ਉਹਨੂੰ ਇੰਪਰੂਵ ਕਰ ਲਓ। ਹੁਣ ਮੰਨ ਲਓ ਕਿਸੇ ਨੇ ਕਿ ਐਸੇ ਲਿਖਿਆ, ਉਹ ਗਲਤ ਹੋ ਗਿਆ, ਤਾਂ ਆਪਾਂ ਉਸ ਐਸੇ ਨੂੰ ਰਿਪੀਟ ਕਰ ਲਿਆ, ਸਹੀ ਤਰੀਕੇ ਨਾਲ ਰਿਪੀਟ ਕੀਤਾ, ਕੁਝ ਜਿਹੜੀ ਕਮੀਆਂ ਸੀ ਉਹ ਠੀਕ ਕਰ ਲਈਆਂ ਤੇ ਨੰਬਰ ਚੰਗੇ ਆ ਗਏ। ਤਾਂ ਸਿਮਿਲਰਲੀ ਜੇ ਸਾਡੀਆਂ ਗਲਤੀਆਂ ਕੁਝ ਹੋਈਆਂ, ਅਸੀਂ ਡਾਕੂਮੈਂਟਸ ਕੁਝ ਐਸੇ ਪ੍ਰੋਪਰ ਨਹੀਂ ਸਿੱਧ ਕਰ ਪਾਏ, ਤਾਂ ਨੈਕਸਟ ਟਾਈਮ ਜਦੋਂ ਆਪਾਂ ਵਿਜ਼ਿਟ ਕਰਨ ਜਾਂਦੇ ਹਾਂ, ਵਿਜ਼ਟਰ ਵੀਜ਼ਾ ਤੇ ਜਾਂਦੇ ਹਾਂ, ਉੱਥੇ ਇੱਕ ਲੈਟਰ ਆਫ ਕਵਰਿੰਗ ਲੱਗਦਾ ਹੈ, ਜਿਹਦੇ ਵਿੱਚ ਜਿਵੇਂ ਸਟੱਡੀ ਵੀਜ਼ਾ ਦੇ ਵਿੱਚ ਸਟੇਟਮੈਂਟ ਆਫ ਪਰਪਸ ਹੁੰਦਾ ਹੈ, ਐਦਾਂ ਹੀ ਵਿਜ਼ਟਰ ਵੀਜ਼ਾ ਦੇ ਵਿੱਚ ਸਾਡੇ ਕੋਲ ਕਵਰਿੰਗ ਲੈਟਰ ਲੱਗਦਾ ਹੈ। ਤਾਂ ਆਪਣੀਆਂ ਚੀਜ਼ਾਂ ਦੱਸੋ ਕਿ ਪਿਛਲੀ ਵਾਰ ਜਿਹੜਾ ਮੈਂ ਵੀਜ਼ਾ ਅਪਲਾਈ ਕੀਤਾ ਸੀ ਉਹਦੇ ਵਿੱਚ ਆਹ ਕਮੀਆਂ ਰਹਿ ਗਈਆਂ ਸੀ ਔਰ ਹੁਣ ਮੈਂ ਇਹ ਕਮੀਆਂ ਪੂਰੀਆਂ ਦੂਰ ਕਰ ਰਿਹਾ ਹਾਂ। ਜਿਵੇਂ ਕੋਈ ਫਲਾਣਾ ਡਾਕੂਮੈਂਟ ਰਹਿੰਦਾ ਸੀ ਤੇ ਇਹ ਮੈਂ ਡਾਕੂਮੈਂਟ ਲਗਾ ਰਿਹਾ ਹਾਂ। ਤਾਂ ਕੋਈ ਵੀਜ਼ਾ ਐਕਸਪਰਟਾਈਜ਼ ਦੀ ਕੋਈ ਲੋੜ ਨਹੀਂ ਪੈਂਦੀ ਕਿ ਵੀ 7 ਵੀਜ਼ਾ ਰਿਫਿਊਜ਼ ਹੋ ਗਏ ਤਾਂ ਮੈਂ 8ਵਾਂ ਲਵਾਤਾ, ਤਾਂ ਪਹਿਲੇ 6 ਕਿਉਂ ਲਵਾਏ ਫਿਰ। ਤਾਂ ਕਹਿਣ ਦਾ ਮਕਸਦ ਇਹ ਹੈ ਕਿ ਜੇ ਆਪਾਂ ਸਹੀ ਢੰਗ ਨਾਲ ਜੇ ਵੀਜ਼ਾ ਅਪਲਾਈ ਕਰਦੇ ਹਾਂ, ਹੁਣ ਐਕਚੁਅਲੀ ਇੱਕ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਹੜੇ ਸਟੱਡੀ ਵੀਜ਼ਾਸ ਜੇ ਲੱਗ ਰਹੇ ਨੇ ਉਹ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬੇਸਿਸ ਲੱਗ ਰਹੇ, ਕੁਝ ਕੰਪਿਊਟਰ ਦੀ ਮਦਦ ਲਈ ਜਾਂਦੀ, ਕਿਉਂਕਿ ਬਲਕ ਦੇ ਵਿੱਚ ਲੋਕ ਬਾਹਰ ਜਾਂਦੇ ਨੇ ਸਟੱਡੀ ਕਰਨ ਦੇ ਲਈ। ਜੇ ਮੈਂ ਤੁਹਾਨੂੰ ਆંકੜੇ ਦੱਸਾਂ ਸਟੱਡੀ ਵੀਜ਼ਾ ਦੇ, ਤੇ ਤੁਸੀਂ ਹੈਰਾਨ ਹੋ ਜਾਓਗੇ ਕਿ 4,42,418 ਜਿਹੜੇ ਸਟੂਡੈਂਟ ਨੇ ਉਹ 2019 ਦੇ ਵਿੱਚ ਕੈਨੇਡਾ ਮੂਵ ਕੀਤੇ ਨੇ। 2018 ਦੀ ਗੱਲ ਕਰੀਏ ਤਾਂ 5,68,130 ਜਿਹੜੇ ਸਟੂਡੈਂਟ ਨੇ ਉਹ ਗਏ ਨੇ। 2017 ਦੇ ਵਿੱਚ 4,91,135 ਸਟੂਡੈਂਟ ਗਏ ਨੇ। ਤਾਂ ਕੈਨ ਯੂ ਇਮੇਜਿਨ ਕਿ ਹਰ ਸਾਲ ਪਰਸੈਂਟੇਜ ਵੱਧ ਰਹੀ ਹੈ। ਔਰ ਵਿਜ਼ਟਰ ਜਿਵੇਂ ਤੁਹਾਨੂੰ ਦੱਸਿਆ ਕਿ ਵੀ ਕੈਨੇਡਾ ਦੀ ਸਰਕਾਰ ਨੇ 12 ਲੱਖ ਅਗਲੇ 3 ਸਾਲ ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਦੇ ਲਈ ਪਰਮਿਸ਼ਨ ਦਿੱਤੀ ਹੈ। 4,01,000 2021 ਨੂੰ, 4,11,000 2022 ਨੂੰ ਔਰ 4,21,000 2023 ਨੂੰ। ਤਾਂ ਅਪਰੋਕਸੀਮੇਟਲੀ ਮੋਰ ਦੈਨ 1.2 ਬਿਲੀਅਨ 12 ਲੱਖ ਤੋਂ ਉੱਪਰ ਮਾਈਗ੍ਰੇਸ਼ਨ ਤੁਹਾਡੀ ਹੋਣ ਵਾਲੀ ਹੈ। ਸੋ ਤਿਆਰ ਰਹੋ, ਕੈਨੇਡਾ ਜਾਣ ਦੇ ਲਈ ਬੜਾ ਈਜ਼ੀ ਰਹੇਗਾ ਨੈਕਸਟ ਟਾਈਮ ਤੁਹਾਡੇ ਲਈ ਕੈਨੇਡਾ ਜਾਣਾ। ਜੇ ਕੋਈ ਰਿਫਿਊਜ਼ਲ ਵੀ ਆਈ ਹੈ ਤੁਸੀਂ ਮਾਈ ਵੀਜ਼ਾ ਦੀ ਟੀਮ ਨੂੰ ਮਿਲ ਸਕਦੇ ਹੋ। ਔਰ ਜਿਵੇਂ ਮੈਂ ਸਭ ਨੂੰ ਰੂਬਰੂ ਮਿਲਦਾ ਮੈਂ ਆਪਣੇ ਆਫਿਸ ਦੇ ਵਿੱਚ, ਔਰ ਮੇਰਾ ਜਿਹੜਾ ਮੋਬਾਈਲ ਨੰਬਰ ਹੈ, ਮੇਰਾ ਪਰਸਨਲ ਨੰਬਰ 9815873700 ਤੇ ਤੁਸੀਂ ਮੈਨੂੰ ਕਦੀ ਵੀ ਫੋਨ ਕਰ ਸਕਦੇ ਹੋ। ਅਸੀਂ ਪਰਲ ਪੈਲੇਸ ਕੁਮਾਰ ਮੰਡੀ ਲੁਧਿਆਣਾ ਪੰਜਾਬ ਤੋਂ ਇਹ ਜਿਹੜਾ ਆਫਿਸ ਹੈ ਇਹ ਆਪਰੇਟ ਕਰ ਰਹੇ ਹਾਂ। ਔਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 1-2 ਲੋਕੇਸ਼ਨਸ ਹੋਰ ਵੀ ਸੋਚੀਆਂ ਨੇ, ਉਹਦੇ ਵਿੱਚ ਵੀ ਤੁਹਾਡੇ ਕੋਸ਼ਿਸ਼ ਕਰਾਂਗੇ ਤੁਹਾਡੇ ਘਰ ਦੇ ਨਜ਼ਦੀਕ ਜੇ ਮਾਈ ਵੀਜ਼ਾ ਓਵਰਸੀਜ਼ ਦੀ ਟੀਮ ਪਹੁੰਚਦੀ ਹੈ ਤਾਂ ਸਾਨੂੰ ਇਸ ਚੀਜ਼ ਖੁਸ਼ੀ ਹੁੰਦੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਅਪਰੋਕਸੀਮੇਟਲੀ 2-3 ਮਿੰਟ ਰਹਿ ਗਏ ਨੇ। ਸੋ ਓਵਰਆਲ ਟੋਟੈਲਿਟੀ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਵਿਜ਼ਟਰ ਵੀਜ਼ਾ ਔਰ ਸਟੱਡੀ ਵੀਜ਼ਾਸ ਕਿਹੜੇ ਕਾਨੂੰਨ ਦੇ ਅੰਦਰ ਆਉਂਦੇ ਨੇ, ਕਿਉਂ ਰਿਫਿਊਜ਼ਲਾਂ ਹੁੰਦੀਆਂ ਨੇ, ਆਪਾਂ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਰਿਫਿਊਜ਼ਲਸ ਦੂਰ ਕਰ ਸਕਦੇ ਹਾਂ ਔਰ ਕੇਪਸ ਨੋਟਸ ਕਢਵਾ ਸਕਦੇ ਹਾਂ। ਅਗਲੀ ਵਾਰੀ ਜਿਹੜਾ ਸਾਡਾ ਟੌਪਿਕ ਰਹੇਗਾ ਉਹ ਰਹੇਗਾ ਕਿ ਜਿਵੇਂ ਆਇਲਸ ਹੈ, ਟੋਫਲ ਹੈ, GRE ਹੈ, GMAT ਹੈ ਜਾਂ PTE ਹੈ ਜਾਂ ਡਿਊਲਿੰਗੋ ਨੇ, ਇਹ ਟੈਸਟ ਕਿੱਥੇ ਕਿੱਥੇ ਯੂਜ਼ ਹੁੰਦੇ ਨੇ, ਇਹਨਾਂ ਦੀ ਕਿੰਨੀਆਂ ਫੀਸਾਂ ਨੇ, ਕਿੰਨੇ ਪੁਆਇੰਟਸ ਹੋਣੇ ਚਾਹੀਦੇ ਨੇ। ਔਰ ਜਿਹੜੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੇ ਮੇਰੇ ਫਰੈਂਡਸ ਨੇ ਨਵਾਂ ਆਇਲ ਸੈਂਟਰ ਖੋਲ੍ਹਿਆ ਹੈ ਜਾਂ ਉਹ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ, ਬਟ ਕਲੈਰਿਟੀ ਨਹੀਂ ਹੋ ਪਾ ਰਹੀ ਕਿ ਕੰਮ ਕਿਵੇਂ ਕਰਨਾ ਹੈ, ਉਹਦੇ ਲਈ ਵੀ ਮਾਈ ਵੀਜ਼ਾ ਦੀ ਜਿਹੜੀ ਟੀਮ ਹੈ ਉਹਨਾਂ ਦੇ
ਆਫਿਸ ਜਾ ਕੇ ਉਹਨਾਂ ਦੇ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨੂੰ ਵੀ ਸਮਝਾ ਸਕਦੀ ਹੈ। ਸਾਡੇ ਕੋਲ ਵੀ ਤੁਸੀਂ ਆ ਕੇ ਸਮਝ ਸਕਦੇ ਹੋ ਔਰ ਤੁਹਾਨੂੰ ਅਸੀਂ ਇਸ ਚੀਜ਼ ਦਾ ਇਨਸੈਂਟਿਵ ਵੀ ਪੇ ਕਰਦੇ ਹਾਂ। ਤੁਸੀਂ ਵੀ ਸਹੀ ਢੰਗ ਦੇ ਨਾਲ ਐਥੀਕਲੀ ਕੰਮ ਕਰੋ। ਸਿਰਫ ਸਾਡੇ ਨਾਲ ਉਹੀ ਕੰਮ ਕਰ ਸਕਦੇ ਜਿਨ੍ਹਾਂ ਕੋਲ ਲਾਇਸੈਂਸ ਹੈ, ਕਿਉਂਕਿ ਮਾਈ ਵੀਜ਼ਾ ਓਵਰਸੀਜ਼ ਗਵਰਨਮੈਂਟ ਤੋਂ ਅਥੋਰਾਈਜ਼ ਕੰਪਨੀ ਹੈ ਔਰ ਅਸੀਂ ਉਹਨਾਂ ਦੇ ਨਾਲ ਹੀ ਕੰਮ ਕਰਾਂਗੇ ਜਿਨ੍ਹਾਂ ਕੋਲ ਲਾਇਸੈਂਸ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ। ਅਗਲੀ ਵਾਰੀ ਸ਼ੁੱਕਰਵਾਰ ਨੂੰ ਫਿਰ ਆਪਾਂ ਲਾਈਵ ਹੋਵਾਂਗੇ 5 ਤੋਂ ਲੈ ਕੇ 5:30 ਦੇ ਵਿੱਚ ਅੱਧਾ ਘੰਟਾ ਤੁਹਾਡੇ ਨਾਲ ਰੂਬਰੂ ਹੋਵਾਂਗੇ ਔਰ ਜੋ ਤੁਹਾਨੂੰ ਮੈਂ ਟੌਪਿਕ ਦੱਸਿਆ ਹੈ ਉਸ ਟੌਪਿਕ ਤੇ ਮੈਂ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ।